ਆਪਾਂ ਸਾਰਿਆਂ ਨੂੰ ਪਤਾ ਕਿ ਮੈਨੂਫੈਕਚਰਿੰਗ ਕਿ ਇੱਥੇ ਗਵਰਨਮੈਂਟ ਇੰਨੀ ਪ੍ਰੋਐਕਟਿਵ ਸੀਗੀ ਸਰਕਾਰ ਕਿ ਇਟ ਵਾਸ ਦ ਫਸਟ ਸਟੇਟ ਜਿਹਨੇ ਆਪਣੀ ਮੈਨੂਫੈਕਚਰਿੰਗ ਚਲਾ ਦਿੱਤੀ ਸੀ। ਕੋਵਿਡ 23 ਮਾਰਚ ਨੂੰ ਹੋਇਆ, 5-7-8 ਦਿਨਾਂ ਦੇ ਵਿੱਚ ਫੈਕਟਰੀਆਂ ਚੱਲ ਪਈਆਂ ਸੀ। ਹੁਣ ਜਦੋਂ ਨਵੇਂ ਸਿਰੇ ਸ਼ੁਰੂਆਤ ਕਰੀਏ, ਜਦੋਂ ਵੀ ਨਵੀਂ ਕੋਈ ਵੀ ਪੋਲੀਟੀਕਲ ਐਸਟੈਬਲਿਸ਼ਮੈਂਟ ਆਉਂਦੀ ਹੈ, ਜਿਹੜਾ ਉਹ ਬੰਦਾਂ ਦਾ ਦੌਰ ਹੈ, ਡਿਸਰਪਸ਼ਨ ਦਾ, ਰੇਲ ਰੋਕੋ ਵਾਲਾ ਦੌਰ ਹੈ, ਦੁਬਾਰਾ ਨਾ ਪੰਜਾਬ ਨੂੰ ਦੇਖਣਾ ਪਵੇ, ਜਿਹਦੇ ਨਾਲ ਇਕੋਨਮੀ ਨੂੰ ਬੜਾ ਡੈਮੇਜ ਹੁੰਦਾ ਔਰ ਜਿਹੜਾ ਉਹ ਡੈਮੇਜ ਆ ਉਹ ਭਰਪਾਈ ਨਹੀਂ ਉਹਦੀ ਹੋ ਸਕਦੀ। ਜਿਹੜੀ ਇੰਡਸਟਰੀ ਦੀ ਇੰਪਲੋਇਮੈਂਟ ਹੈ, ਜਿਹੜੀ 25% ਇੰਡਸਟਰੀ ਕੰਟਰੀਬਿਊਟ ਕਰਦੀ ਹੈ, ਉਹ 36% ਲੋਕਾਂ ਪੰਜਾਬ ਦੇ ਬੰਦੇ ਇੰਪਲੋਏ ਕਰਦੀ ਹੈ। ਐਗਰੀਕਲਚਰ ਜਿਹੜਾ 27-28% ਕੰਟਰੀਬਿਊਟ ਕਰਦਾ, ਉਹ 24% ਇੰਪਲੋਇਮੈਂਟ ਦਿੰਦਾ ਹੈ, 40% ਸਰਵਿਸਿਜ਼। ਕੁਝ ਨੰਬਰ ਆਫ MSMEs ਜਿਹੜੇ ਆਪਾਂ ਪ੍ਰੋਡਕਟਸ ਬਣਾਉਂਦੇ ਹਾਂ, ਚਾਹੇ ਉਹ ਟੈਕਸਟਾਈਲ ਹੈ, ਸਪੋਰਟਸ ਗੁੱਡ ਹੈ, ਸਾਈਕਲ ਪਾਰਟਸ ਹੈ, ਬੜੇ ਲੇਬਰ ਇੰਟੈਂਸਿਵ ਪ੍ਰੋਡਕਟ ਹੈ। ਥਰਡ ਇਹਦਾ ਐਨਾਲਿਸਿਸ ਜਿਹੜਾ ਨੈਗੇਟਿਵ ਐਨਾਲਿਸਿਸ ਹੈ ਕਿ ਅਸੀਂ ਜ਼ਿਆਦਾ ਵੈਲਿਊ ਐਡੀਸ਼ਨ ਨਹੀਂ ਕਰਦੇ, ਅਸੀਂ ਟੈਕਨੋਲੋਜੀ ਨੂੰ ਅਡੋਪਟ ਨਹੀਂ ਕੀਤਾ, ਪਰ ਆਪਣੀ ਇੰਡਸਟਰੀ ਨੂੰ ਬਹੁਤ ਸੁਧਾਰ ਕਰਨੇ ਪੈਣੇ ਹੈ। ਆਪਣੇ ਆਪ ਤੋਂ ਬਹੁਤ ਸਵਾਲ ਪੁੱਛਣੇ ਪੈਣੇ ਹੈ ਕਿ ਟੈਕਨੋਲੋਜੀਕਲੀ ਆਪਣੇ ਆਪ ਨੂੰ ਅਸੀਂ ਕਿੱਦਾਂ ਅਪਗ੍ਰੇਡ ਕਰੀਏ। ਦੇਖੋ, ਪੰਜਾਬ ਸਰਕਾਰ ਦੇ ਉੱਤੇ ਬਰਡਨ ਡੈਟ ਦਾ ਬਹੁਤ ਜ਼ਿਆਦਾ ਹੈਗਾ। ਇਨਵੈਸਟ ਪੰਜਾਬ ਨੇ ਬੜਾ ਵਧੀਆ ਕੰਮ ਕੀਤਾ ਪਿਛਲੇ 4-5 ਸਾਲ ਦੇ ਵਿੱਚ। ਇਨਵੈਸਟਮੈਂਟ ਅਟਰੈਕਟ ਕਰਨ ਦੀ ਆਪਣੇ ਵੱਲੋਂ ਜੋ ਬੈਸਟ ਕਰ ਸਕਦੇ ਸੀ ਉਹਨਾਂ ਨੇ ਕੀਤਾ। ਸੈਕਿੰਡ ਜਿਹੜਾ ਸਾਡਾ ਫੋਕਸ, ਦੇਖੋ EODV ਦੇ ਵਿੱਚ ਤਾਂ ਆਲਰੇਡੀ CIA ਬਹੁਤ ਜ਼ਿਆਦਾ ਐਡਵਾਈਸ ਕਰਦਾ ਰਿਹਾ। ਅਸੀਂ ਜਿਹੜਾ ਹੈਗਾ CODB ਦੇ ਉੱਤੇ ਵੀ ਫੋਕਸ ਕਰਨਾ ਔਰ CODB ਦੇ ਵੀ ਐਡਵਾਈਸ ਕਰਨਾ, ਵਿਚ ਇਜ਼ ਕਾਸਟ ਆਫ ਡੂਇੰਗ। ਜੇ ਆਪਾਂ ਗਲੋਬਲੀ ਐਕਸਪੋਰਟ ਕਰਨੀ ਹੈ ਔਰ ਹਿੰਦੁਸਤਾਨ ਦੀ ਐਵਰੇਜ ਆਪਾਂ ਜਿੱਦਾਂ ਆਪਾਂ ਗੱਲ ਕਰ ਰਹੇ 16ਵੇਂ ਨੰਬਰ 'ਤੇ ਆ ਗਏ, ਆਪਾਂ ਪ੍ਰੋਗਰੈਸ ਕਰਨੀ ਹੈ ਤਾਂ ਇੰਡਸਟਰੀ ਹੈਜ਼ ਟੂ ਬੀ ਮੋਰ ਕੰਪੀਟੀਟਿਵ। ਔਰ ਉਹ ਕੰਪੀਟੀਟਿਵ ਹੋਣ ਦਾ ਤਰੀਕਾ ਕੀ ਹੈ? ਆਪਣੀ ਕਾਸਟ ਦੇ ਉੱਤੇ ਫੋਕਸ ਕਰਨਾ। ਕੀ ਮਤਲਬ ਇਹ ਹੈ ਕਿ ਕੱਲ੍ਹ ਨੂੰ ਕੋਈ ਵੀ ਲੋਕਡਾਊਨ ਲੱਗਦਾ ਹੈ ਕੋਵਿਡ ਕਰਕੇ, ਕਦੀ ਬਿਜਲੀ ਦੀ ਸਮੱਸਿਆ ਆਉਂਦੀ ਹੈ, ਤਾਂ ਇਹ ਇੰਡਸਟਰੀਜ਼ ਨੂੰ ਬੰਦ ਨਾ ਕੀਤਾ ਜਾਵੇ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਲਗਾਤਾਰ ਜਿਹੜਾ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਸਾਰਿਆਂ ਦੇ ਵਿੱਚ ਜਿੱਥੇ ਸਰਕਾਰਾਂ ਕੰਮ ਕਰਦੀ ਹੈ, ਉੱਥੇ ਹੀ ਕੁਝ ਇਹੋ ਜਿਹੇ ਜਿਹੜੀ ਹੈ ਇੰਡਸਟਰੀਅਲ ਆਰਗੇਨਾਈਜੇਸ਼ਨਸ ਵੀ ਹੁੰਦੀਆਂ ਜਿਹੜੀਆਂ ਬਿਨਾਂ ਕਿਸੇ ਸਵਾਰਥ ਦੇ ਆਪਣਾ ਇੱਕ ਇੰਪੋਰਟੈਂਟ ਰੋਲ ਅਦਾ ਕਰਦੀਆਂ ਹੈ ਸਟੇਟ ਦੀ ਗਰੋਥ ਦੇ ਵਿੱਚ, ਇੰਡਸਟਰੀ ਦੀ ਗਰੋਥ ਦੇ ਵਿੱਚ। ਇਹੋ ਜਿਹੀ ਇੱਕ ਆਰਗੇਨਾਈਜੇਸ਼ਨ ਦਾ ਨਾਮ ਹੈ CII। ਜੀ ਹਾਂ, CII ਤੋਂ ਹਰ ਕੋਈ ਵਾਕਫ ਹੈ। ਸੋ CII ਪੰਜਾਬ ਦੇ ਵਿੱਚ ਹੁਣੇ ਰੀਸੈਂਟਲੀ ਜਿਹੜਾ ਹੈਗਾ ਚੇਅਰ ਐਕਸਚੇਂਜ ਪ੍ਰੋਗਰਾਮ ਹੋਇਆ, ਜਿਹਦੇ ਵਿੱਚ ਹੁਣੇ ਰੀਸੈਂਟਲੀ ਅਮਿਤ ਥਾਪਰ ਜੀ ਹਾਂ, ਗੰਗਾ ਐਕਰੋਵੂਲ ਦੇ ਜਿਹੜੇ MD ਹੈਗੇ ਅਮਿਤ ਥਾਪਰ ਜੀ, ਉਹ ਹੁਣ ਰੀਸੈਂਟਲੀ ਉਹਨਾਂ ਨੂੰ ਚੇਅਰ ਜਿਹੜੀ ਹੈਂਡਓਵਰ ਹੋਈ ਹੈ। ਸੋ ਗੱਲਬਾਤ ਕਰਦੇ ਹਾਂ ਕਿ ਕੀ ਵਿਜ਼ਨ ਲੈ ਕੇ ਅਮਿਤ ਥਾਪਰ ਜੀ ਹੁਣ ਉਤਰੇ ਹੈਗੇ ਆ। ਪੰਜਾਬ ਨੂੰ ਬਹੁਤ ਸਾਰੇ ਚੈਲੰਜਸ ਹੈਗੇ ਆ, ਪੰਜਾਬ ਪਹਿਲਾਂ ਹੀ 1 ਨੰਬਰ ਤੋਂ 16ਵੇਂ ਨੰਬਰ ਤੱਕ ਪਹੁੰਚ ਚੁੱਕਾ ਹੈ। ਸੋ ਕਿੱਦਾਂ ਦੀਆਂ ਚੀਜ਼ਾਂ ਕਰਨਗੇ, ਕਿਵੇਂ ਪੰਜਾਬ ਨੂੰ ਟੇਕਅਪ ਕਰਨਗੇ, ਗੇਅਰ ਅਪ ਕਰਨਗੇ। ਕੋਵਿਡ ਦੇ ਵਿੱਚ ਵੀ ਬਹੁਤ ਸਾਰੀ ਸਮੱਸਿਆ ਹੋ ਰਹੀਆਂ। ਸੋ ਆਓ ਇਹ ਸਾਰੇ ਸਵਾਲਾਂ ਦੇ ਨਾਲ ਮਿਲਦੇ ਹਾਂ, ਅਮਿਤ ਥਾਪਰ ਜੀ ਨਾਲ ਜਾਣਦੇ ਹਾਂ ਕਿ ਕੀ ਵਿਜ਼ਨ ਹੈਗਾ। ਸਰ ਨਮਸਕਾਰ। ਨਮਸਕਾਰ ਸੰਦੀਪ ਜੀ। ਸਰ ਕੀ ਵਿਜ਼ਨ ਲੈ ਕੇ ਆਏ ਹੋ ਤੁਸੀਂ? CII ਪੰਜਾਬ ਦੇ ਚੇਅਰਮੈਨ ਬਣੇ ਹੋ। ਸੰਦੀਪ ਜੀ, ਆਪਾਂ ਨੂੰ ਪਹਿਲਾਂ ਐਨਾਲਾਈਜ਼ ਇਹ ਕਰਨਾ ਪੈਣਾ ਹੈ ਕਿ ਪਿਛਲੇ 1 ਸਾਲ 2 ਸਾਲ ਦੇ ਵਿੱਚ ਕੋਵਿਡ ਦੇ ਦੌਰਾਨ ਪੰਜਾਬ ਦੇ ਨਾਲ ਕੀ ਹੋਇਆ ਜੀ। ਜੋ ਸਾਡੇ ਇੰਡਸਟਰੀ ਦੇ ਡੇਟਾ ਸ਼ੋਅ ਕਰਦੇ ਹੈ, ਸਿਰਫ ਸਾਡੇ ਹੀ ਨਹੀਂ, ਭਾਰਤ ਸਰਕਾਰ ਦੇ ਡੇਟਾ ਸ਼ੋਅ ਕਰਦੇ ਹੈ, ਪੰਜਾਬ ਦੀ ਇਕੋਨਮੀ ਕੋਵਿਡ ਦੇ ਦੌਰਾਨ ਪਹਿਲੇ ਸਾਲ 2020-21 ਦੇ ਵਿੱਚ 6.6% ਕੰਟਰੈਕਟ ਕੀਤੀ ਜੀ। ਜਦ ਕਿ ਜਿਹੜੇ ਆਪਣੇ ਨਾਲ ਦੇ ਨੇਬਰਿੰਗ ਸੂਬੇ ਹੈ, ਹਰਿਆਣਾ, ਹਿਮਾਚਲ, ਇਹਨਾਂ ਦੀ ਇਕੋਨਮੀ ਕੰਟਰੈਕਟ ਕੀਤੀ ਅਬਾਊਟ 5.5%। ਔਰ ਇੰਟਰਸਟਿੰਗ ਚੀਜ਼ ਇਹ ਹੈ ਕਿ ਪੰਜਾਬ ਦੀ ਜਿਹੜੀ ਇਕੋਨਮੀ ਦੀ ਜੇ ਆਪਾਂ ਡਿਵੀਜ਼ਨ ਕਰੀਏ, 27% ਕੰਟਰੀਬਿਊਸ਼ਨ ਇਕੋਨਮੀ ਨੂੰ ਆ ਰਹੀ ਹੈ ਐਗਰੀਕਲਚਰ ਤੋਂ, 25% ਆ ਰਹੀ ਹੈ ਇੰਡਸਟਰੀ ਤੋਂ, ਔਰ ਬਾਕੀ 47-48% ਆ ਰਹੀ ਹੈ ਸਰਵਿਸਿਜ਼ ਤੋਂ। ਜਦ ਕਿ ਹਰਿਆਣਾ ਔਰ ਹਿਮਾਚਲ ਦੀ ਐਗਰੀਕਲਚਰ ਤੋਂ ਜਿਹੜੀ ਕੰਟਰੀਬਿਊਸ਼ਨ ਆ 13-19%। ਔਰ ਐਗਰੀਕਲਚਰ ਆਪਾਂ ਸਾਰਿਆਂ ਨੂੰ ਪਤਾ ਕਿ ਇਫੈਕਟ ਨਹੀਂ ਹੋਇਆ ਸੀਗਾ ਜੀ। ਔਰ ਆਪਾਂ ਸਾਰਿਆਂ ਨੂੰ ਵੀ ਪਤਾ ਕਿ ਮੈਨੂਫੈਕਚਰਿੰਗ ਕਿ ਇੱਥੇ ਗਵਰਨਮੈਂਟ ਇੰਨੀ ਪ੍ਰੋਐਕਟਿਵ ਸੀਗੀ ਸਰਕਾਰ ਕਿ ਇਟ ਵਾਸ ਦ ਫਸਟ ਸਟੇਟ ਜਿਹਨੇ ਆਪਣੀ ਮੈਨੂਫੈਕਚਰਿੰਗ ਚਲਾ ਦਿੱਤੀ ਸੀ। ਕੋਵਿਡ 23 ਮਾਰਚ ਨੂੰ ਹੋਇਆ, 5-7-8 ਦਿਨਾਂ ਦੇ ਵਿੱਚ ਫੈਕਟਰੀਆਂ ਚੱਲ ਪਈਆਂ ਸੀਗੀਆਂ। ਇਨਫੈਕਟ ਕਈ ਇੰਡਸਟਰੀਅਲ ਐਸੋਸੀਏਸ਼ਨਸ ਤਾਂ ਅਗੇਂਸਟ ਸੀਗੀਆਂ ਇਹਦੇ, ਬਟ CII ਨੇ ਬੜੀ ਮਿਹਨਤ ਕਰਕੇ ਉਸ ਵਕਤ ਟੀਮ ਨੇ, ਮੈਨੂੰ ਯਾਦ ਹੈ ਬਾਕੀ ਇੰਡਸਟਰੀਅਲ ਆਰਗੇਨਾਈਜੇਸ਼ਨਸ ਵੀ ਅੱਗੇ ਆਈਆਂ। ਉਸ ਵਕਤ ਸਾਡੇ ਚੇਅਰਮੈਨ ਸੀਗੇ ਰਾਹੁਲ ਅਹੂਜਾ ਜੀ, ਉਪਕਾਰ ਸਿੰਘ ਅਹੂਜਾ ਜੀ, CICU, DL ਸ਼ਰਮਾ ਜੀ। ਅਸੀਂ ਸਾਰੇ DC ਸਾਹਿਬ ਕੋਲ ਇਕੱਠੇ ਹੋ ਕੇ ਗਏ ਐਂਡ ਜਾ ਕੇ ਇੰਡਸਟਰੀ ਦੀ ਪਰਮਿਸ਼ਨ ਲੈ ਆਏ ਸੀਗੇ। ਸਟਿਲ ਸਾਡੀ ਇਕੋਨਮੀ ਕੰਟਰੈਕਟ ਕੀਤੀ ਬਾਕੀਆਂ ਨਾਲੋਂ ਜ਼ਿਆਦਾ ਜੀ।
ਜਿਹੜਾ ਨੈਸ਼ਨਲ ਇਕਨੋਮਿਕ ਸਰਵੇ ਆਇਆ ਰੀਸੈਂਟ, ਉਹਨੇ ਵੀ ਪੁਆਇੰਟ ਆਊਟ ਕੀਤਾ ਕਿ 10% ਪੰਜਾਬ ਦੇ ਵਿੱਚ ਸਰਵਿਸਿਜ਼ ਥੱਲੇ ਚਲੇ ਗਈਆਂ। ਜੀ ਜੇ ਅਸੀਂ ਇਹਨੂੰ ਐਨਾਲਾਈਜ਼ ਕਰੀਏ, ਸਾਡੀ ਸਮਝ ਇਹ ਕਹਿੰਦੀ ਹੈ ਕਿ ਕਿਸੇ ਨੇ ਪੰਜਾਬ ਦੇ ਵਿੱਚ ਜਿਹੜਾ ਰੇਲ ਰੋਕੋ ਹੋਇਆ ਸੀਗਾ, ਔਰ ਜਿਹੜੀ ਦੇਖੋ ਕਿਸਾਨ ਅੰਦੋਲਨ ਦਾ ਉਹਦਾ ਹੀ ਪਾਰਟ ਸੀ ਨਾ। ਦੇਖੋ ਕਿਸਾਨ ਅੰਦੋਲਨ ਨੇ ਆਪਣਾ ਆਬਜੈਕਟਿਵ ਹੁਣ ਅਚੀਵ ਕਰ ਲਿਆ ਜੀ, ਠੀਕ ਹੈ ਜੀ। ਜੋ ਹੋਇਆ ਉਸ ਵਕਤ ਸਭ ਨੇ ਸਾਥ ਦਿੱਤਾ ਕਿਸਾਨ ਅੰਦੋਲਨ ਦਾ। ਜੀ ਬਟ ਸਾਡੀ ਇਹੀ ਹੁਣ ਮਤਲਬ ਹੋਪ ਹੈ ਕਿ ਦੁਬਾਰਾ ਪੰਜਾਬ ਉਹ ਡਿਸਰਪਸ਼ਨ ਦਾ ਦੌਰ ਨਾ ਦੇਖੇ। ਜੀ ਹੁਣ ਜਦੋਂ ਆਪਾਂ ਨਵੇਂ ਸਿਰੇ ਸ਼ੁਰੂਆਤ ਕਰੀਏ, ਜਦੋਂ ਵੀ ਨਵੀਂ ਕੋਈ ਵੀ ਪੋਲੀਟੀਕਲ ਐਸਟੈਬਲਿਸ਼ਮੈਂਟ ਆਉਂਦੀ ਹੈ, ਜਿਹੜਾ ਉਹ ਬੰਦਾਂ ਦਾ ਦੌਰ, ਡਿਸਰਪਸ਼ਨ ਦਾ, ਰੇਲ ਰੋਕੋ ਵਾਲਾ ਦੌਰ ਆ, ਦੁਬਾਰਾ ਨਾ ਪੰਜਾਬ ਨੂੰ ਦੇਖਣਾ ਪਵੇ, ਜਿਹਦੇ ਨਾਲ ਇਕੋਨਮੀ ਨੂੰ ਬੜਾ ਡੈਮੇਜ ਹੁੰਦਾ, ਔਰ ਜਿਹੜਾ ਉਹ ਡੈਮੇਜ ਆ ਉਹ ਭਰਪਾਈ ਨਹੀਂ ਉਹਦੀ ਹੋ ਸਕਦੀ। ਠੀਕ ਹੈ ਜੀ। ਸੋ ਆਬਜੈਕਟਿਵ ਅਚੀਵ ਹੋ ਚੁੱਕਿਆ ਹੈ। ਉਸ ਆਬਜੈਕਟਿਵ ਤੋਂ ਬਾਅਦ ਮੇਰਾ ਖਿਆਲ ਹੈ ਆਪਾਂ ਨੂੰ ਕਲੀਨ ਸਲੇਟ ਦੇ ਨਾਲ ਸਾਰਾ ਕੁਝ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ। ਸੈਕਿੰਡ ਬੜਾ ਜਿਹੜਾ ਇੰਟਰਸਟਿੰਗ ਡੇਟਾ ਇਹ ਹੈ, ਜਿਹੜੀ ਇੰਡਸਟਰੀ ਦੀ ਇੰਪਲੋਇਮੈਂਟ ਹੈ, ਜਿਹੜੀ 25% ਇੰਡਸਟਰੀ ਕੰਟਰੀਬਿਊਟ ਕਰਦੀ ਹੈ, ਉਹ 36% ਲੋਕਾਂ ਪੰਜਾਬ ਦੇ ਬੰਦੇ ਇੰਪਲੋਏ ਕਰਦੀ ਹੈ। ਠੀਕ ਹੈ ਜੀ। ਐਗਰੀਕਲਚਰ ਜਿਹੜਾ 27-28% ਕੰਟਰੀਬਿਊਟ ਕਰਦਾ, ਉਹ 24% ਇੰਪਲੋਇਮੈਂਟ ਦਿੰਦਾ ਹੈ, 40% ਸਰਵਿਸਿਜ਼ ਹੈ। ਯਾਨੀ ਕਿ ਜਿਹੜੀ ਇੰਡਸਟਰੀ ਦੀ ਜਿਹੜੀ ਪਰ ਪਰਸਨ ਇੰਪਲੋਇਮੈਂਟ ਟੂ ਦ ਕੰਟਰੀਬਿਊਸ਼ਨ, ਦੈਟ ਇਜ਼ ਵਨ ਆਫ ਦ ਹਾਈਐਸਟ। ਹੁਣ ਉਹਦੇ ਤੁਸੀਂ ਕਈ ਐਨਾਲਿਸਿਸ ਕਰ ਸਕਦੇ ਹੋ, ਨੈਗੇਟਿਵ ਵੀ ਪੋਜ਼ੀਟਿਵ ਵੀ। ਜਿਹੜਾ ਉਹਦਾ ਪੋਜ਼ੀਟਿਵ ਐਨਾਲਿਸਿਸ ਇਹ ਹੈ ਕਿ ਐਗਰੀਕਲਚਰ ਆਪਣਾ ਸਭ ਤੋਂ ਐਡਵਾਂਸਡ ਹੈ। ਆਵਰ ਐਗਰੀਕਲਚਰ ਹੈਜ਼ ਡਨ ਐਕਸੀਡਿੰਗਲੀ ਵੈਲ। ਆਪਣਾ ਨੈਸ਼ਨਲ ਐਵਰੇਜ ਤੋਂ ਪੰਜਾਬ ਦਾ ਜਿਹੜਾ ਕਿਸਾਨ ਹੈ ਜ਼ਿਆਦਾ ਟੈਕਨੋਲੋਜੀ ਨੂੰ ਅਡਾਪਟ ਕਰਦਾ ਜੀ, ਜ਼ਿਆਦਾ ਵੈਲਿਊ ਐਡ ਕਰਦਾ ਜੀ। ਦੂਜਾ ਹੈ ਹਿਊਜ ਨੰਬਰ ਆਫ MSMEs, ਜਿਹੜੇ ਆਪਾਂ ਪ੍ਰੋਡਕਟਸ ਬਣਾਉਂਦੇ ਹਾਂ, ਚਾਹੇ ਉਹ ਟੈਕਸਟਾਈਲ ਹੈ, ਸਪੋਰਟਸ ਗੁੱਡ ਹੈ, ਸਾਈਕਲ ਪਾਰਟਸ ਹੈ, ਬੜੇ ਲੇਬਰ ਇੰਟੈਂਸਿਵ ਪ੍ਰੋਡਕਟ ਹੈ। ਠੀਕ ਹੈ। ਥਰਡ ਇਹਦਾ ਐਨਾਲਿਸਿਸ ਜਿਹੜਾ ਨੈਗੇਟਿਵ ਐਨਾਲਿਸਿਸ ਹੈ ਕਿ ਅਸੀਂ ਜ਼ਿਆਦਾ ਵੈਲਿਊ ਐਡੀਸ਼ਨ ਨਹੀਂ ਕਰਦੇ, ਅਸੀਂ ਟੈਕਨੋਲੋਜੀ ਨੂੰ ਅਡਾਪਟ ਨਹੀਂ ਕੀਤਾ, ਅਸੀਂ ਬਹੁਤ ਬੰਦੇ ਇੰਪਲੋਏ ਕੀਤੇ ਹੋਏ ਹੈ, ਅਤੇ ਸਾਡੀ ਜਿਹੜੀ ਹਿਊਮਨ ਡਿਪੈਂਡੈਂਸ ਹੈ ਇੰਡਸਟਰੀ ਦੀ ਬਹੁਤ ਜ਼ਿਆਦਾ ਹੈਗੀ ਹੈ। ਬਿਲਕੁਲ ਠੀਕ ਹੈ। ਸੋ ਇਹ MSMEs ਔਰ ਟਾਈਨੀ ਇੰਡਸਟਰੀਜ਼ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ, ਆਪਣੀ ਜੇ ਆਪਾਂ ਮੰਨ ਕੇ ਚੱਲੀਏ, ਈਵਨ ਐ ਨਾਰਮਲ ਇੰਡਸਟਰੀ, ਵੀ ਆਰ ਬੈਕਵਰਡ। ਓਕੇ। ਆਰ ਐਗਰੀਕਲਚਰ ਇਜ਼ ਐਡਵਾਂਸਡ, ਪਰ ਆਪਣੀ ਇੰਡਸਟਰੀ ਨੂੰ ਬਹੁਤ ਸੁਧਾਰ ਕਰਨੇ ਪੈਣੇ ਆ, ਆਪਣੇ ਆਪ ਤੋਂ ਬਹੁਤ ਸਵਾਲ ਪੁੱਛਣੇ ਪੈਣੇ ਆ ਕਿ ਟੈਕਨੋਲੋਜੀਕਲੀ ਆਪਣੇ ਆਪ ਨੂੰ ਅਸੀਂ ਕਿੱਦਾਂ ਅਪਗ੍ਰੇਡ ਕਰੀਏ। ਜੀ। ਜਦ ਤੱਕ ਉਹ ਨਹੀਂ ਕਰਾਂਗੇ ਤਦ ਤੱਕ ਇਹੀ ਚੀਜ਼ ਸਾਨੂੰ ਫੇਸ ਕਰਨੀ ਪਏਗੀ ਕਿ ਸਾਡੀ ਇੰਪਲੋਇਮੈਂਟ, ਸਾਡੀ ਵੈਲਿਊ ਐਡੀਸ਼ਨ ਆਈ ਵੁੱਡ ਸੇ, ਇੰਪਲੋਇਮੈਂਟ ਤਾਂ ਚਲੋ ਦੇਣਾ ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੀ ਹੈ, ਬਟ ਸਾਡੀ ਜੇ ਤੁਸੀਂ ਆਪਾਂ ਉਹਦੇ ਨਾਲ ਵੈਲਿਊ ਨਾ ਐਡ ਕਰੀਏ ਤਾਂ ਜ਼ਿਆਦਾ ਦੇਰ ਸਸਟੇਨੇਬਿਲਿਟੀ ਹੈ ਨਹੀਂ। ਜੀ। ਸੋ ਇਹਦਾ ਰਸਤਾ ਕੀ ਰਸਤਾ ਲੱਭ ਰਹੇ ਹੋ ਤੁਸੀਂ? ਸੋ ਦੇਖੋ, 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਇੱਕ ਤਾਂ ਇੰਡਸਟਰੀ ਨੂੰ ਆਪਣੇ ਅੰਦਰ ਹੀ ਦੇਖਣਾ ਪੈਣਾ ਹੈ ਜੀ। ਆਪਣਾ ਤਾਂ ਸਮਾਧਾਨ ਉਹਨਾਂ ਨੂੰ ਆਪ ਹੀ ਕਰਨਾ ਪੈਣਾ, ਟ੍ਰੇਨਿੰਗਸ ਆਪ ਦੇਣੀਆਂ ਪੈਣੀਆਂ, ਵੈਲਿਊ ਐਡਿਡ ਪ੍ਰੋਡਕਟ ਆਪ ਬਣਾਉਣੇ ਪੈਣੇ। ਠੀਕ ਹੈ ਜੀ। ਸਰਕਾਰ ਵੱਲੋਂ ਕੀ ਹੋ ਸਕਦਾ? ਸਰਕਾਰ ਵੱਲੋਂ ਦੇਖੋ, ਪੰਜਾਬ ਸਰਕਾਰ ਦੇ ਉੱਤੇ ਬਰਡਨ ਡੈਟ ਦਾ ਬਹੁਤ ਜ਼ਿਆਦਾ ਹੈਗਾ ਜੀ। ਇਨਵੈਸਟ ਪੰਜਾਬ ਨੇ ਬੜਾ ਵਧੀਆ ਕੰਮ ਕੀਤਾ ਪਿਛਲੇ 4-5 ਸਾਲ ਦੇ ਵਿੱਚ, ਇਨਵੈਸਟਮੈਂਟ ਅਟਰੈਕਟ ਕਰਨ ਦੀ ਆਪਣੇ ਵੱਲੋਂ ਜੋ ਬੈਸਟ ਕਰ ਸਕਦੇ ਸੀ ਉਹਨਾਂ ਨੇ ਕੀਤਾ। ਪਰ ਸਮੱਸਿਆ ਇਹ ਹੈ ਕਿ ਪੰਜਾਬ ਦੇ ਕੋਲ ਡੈਟ ਹੋਣ ਦੇ ਕਰਕੇ ਜ਼ਿਆਦਾ ਕੈਪੀਟਲ ਸਬਸਿਡੀਜ਼ ਨਹੀਂ ਦਿੱਤੀਆਂ ਜਾ ਸਕਦੀਆਂ। ਅਸੀਂ ਇੰਡਸਟਰੀ ਦੇ ਬਹੁਤ ਜ਼ਿਆਦਾ ਫਿਸਕਲ ਇਨਸੈਂਟਿਵਸ ਨਹੀਂ ਮੰਗ ਸਕਦੇ। ਦੇਖੋ 100% ਤਾਂ ਫਿਸਕਲ ਇਨਸੈਂਟਿਵਸ ਖਤਮ ਨਹੀਂ ਹੋ ਸਕਦੇ, ਬਿਕੋਜ਼ ਸਾਡਾ ਜੋਗ੍ਰਾਫਿਕਲ ਡਿਸਐਡਵਾਂਟੇਜ ਹੈ, ਬਟ ਬਹੁਤ ਜ਼ਿਆਦਾ ਸਰਕਾਰ ਦੇ ਕੋਲੋਂ ਡਾਇਰੈਕਟ ਸਬਸਿਡੀ ਕੋਈ ਵੀ ਐਕਸਪੈਕਟ ਕਰਨਾ ਇੰਡਸਟਰੀ ਦੇ ਵਾਸਤੇ ਉਹ ਪੋਸੀਬਲ ਨਹੀਂ ਹੈ। ਪ੍ਰੈਕਟੀਕਲੀ 2-3 ਚੀਜ਼ਾਂ ਕੀਤੀਆਂ ਜਾ ਸਕਦੀਆਂ। ਇੱਕ ਤਾਂ ਨਾਨ ਫਿਸਕਲ ਇਨਸੈਂਟਿਵਸ ਦੇ ਵਿੱਚ ਕੰਸਨਟਰੇਟ ਕਰਨਾ ਚਾਹੀਦਾ। ਫੋਕਸ ਇਹ ਹੈ ਇਹਦਾ ਇਹੀ ਹੋਣ ਵਾਲਾ ਹੈ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਨਾਨ ਫਿਸਕਲ ਇਨਸੈਂਟਿਵਸ ਦੇ ਬਾਰੇ ਅਪਡੇਟ ਕੀਤਾ ਜਾਵੇ, ਗਿਆਤ ਕਰਾਇਆ ਜਾਵੇ ਕਿ ਜਿਹਦੇ ਨਾਲ ਸਰਕਾਰ ਦੇ ਬਜਟ ਦੇ ਉੱਤੇ ਕੋਈ ਜ਼ਿਆਦਾ ਲੰਬਾ ਚੌੜਾ ਕੰਸਟ੍ਰੇਂਟ ਨਾ ਹੋਵੇ ਐਂਡ ਇੰਡਸਟਰੀ ਦਾ ਫਾਇਦਾ ਹੋ ਜਾਵੇ। ਸੋ ਜਿਹਨੂੰ ਟਾਰਗੇਟ ਬੇਸਡ ਸਮਥਿੰਗ ਕਹਿੰਦੇ ਆ ਵਿਨ ਸਿਚੁਏਸ਼ਨ। ਬਹੁਤ ਸਾਰੀ ਐਸੇ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ। ਸਾਰੀ ਇੰਡਸਟਰੀ ਦਾ ਨਹੀਂ, ਕੁਝ ਇੰਡਸਟਰੀ ਦਾ ਭਲਾ ਹੋਊਗਾ, ਕਿਤੇ ਕਿਸੇ ਦਾ ਹੋਊਗਾ, ਕਿਸੇ ਦੇ, ਬਿਕੋਜ਼ ਵੀ ਕੈਨੋਟ ਜਨਰਲਾਈਜ਼ ਐਵਰੀਥਿੰਗ। ਬਿਲਕੁਲ ਠੀਕ ਹੈ। ਹਰ ਬੰਦੇ ਦਾ ਉਹ ਜਿਹੜੀ ਉਹ ਇੰਗਲਿਸ਼ ਦੀ ਸੇਇੰਗ ਹੈ ਨਾ, ਵਨ ਮੈਨਸ ਬ੍ਰੈਡ ਇਜ਼ ਅਦਰ ਮੈਨਸ ਪੋਇਜ਼ਨ। ਸੋ ਇਹ ਜ਼ਰੂਰੀ ਨਹੀਂ ਹੈ ਕਿ ਹਰ ਇਨਸੈਂਟਿਵ ਹਰ ਇੰਡਸਟਰੀ ਦੇ ਵਾਸਤੇ ਲਾਗੂ ਹੋਵੇ। ਕੋਈ ਇਨਸੈਂਟਿਵ ਕਿਸੇ ਇੰਡਸਟਰੀ ਵਾਸਤੇ ਕਾਮਯਾਬ ਹੋਊਗਾ, ਕੋਈ ਇਨਸੈਂਟਿਵ ਕਿਸੇ ਦਾ ਫਾਇਦਾ ਹੋਊਗਾ। ਸੋ ਇਸ ਤਰ੍ਹਾਂ ਦੀ ਅਸੀਂ ਇੱਕ ਲਿਸਟ ਬਣਾਈ ਹੋਈ ਹੈ। ਸੈਕਿੰਡ ਜਿਹੜਾ ਸਾਡਾ ਫੋਕਸ, ਦੇਖੋ EODB ਦੇ ਵਿੱਚ ਤਾਂ ਆਲਰੇਡੀ CIA ਬਹੁਤ ਜ਼ਿਆਦਾ ਐਡਵਾਈਸ ਕਰਦਾ ਰਿਹਾ।
ਅਸੀਂ ਜਿਹੜਾ ਹੈਗਾ CODB ਦੇ ਉੱਤੇ ਵੀ ਫੋਕਸ ਕਰਨਾ ਔਰ CODB ਦੇ ਵੀ ਐਡਵਾਈਸ ਕਰਨਾ ਵਿਚ ਇਜ਼ ਕਾਸਟ ਆਫ ਡੂਇੰਗ ਬਿਜ਼ਨਸ। ਓਕੇ। ਸੋ ਜੇ ਪੰਜਾਬ ਨੇ ਕੰਪੀਟੀਟਿਵ ਬਣਨਾ ਹੈ, ਜੇ ਆਪਾਂ ਗਲੋਬਲੀ ਐਕਸਪੋਰਟ ਕਰਨੀ ਹੈ ਜੀ, ਔਰ ਹਿੰਦੁਸਤਾਨ ਦੀ ਐਵਰੇਜ ਆਪਾਂ ਜਿੱਦਾਂ ਆਪਾਂ ਗੱਲ ਕਰ ਰਹੇ 16ਵੇਂ ਨੰਬਰ ਤੇ ਆ ਗਏ, ਆਪਾਂ ਪ੍ਰੋਗਰੈਸ ਕਰਨੀ ਹੈ ਜੀ, ਤਾਂ ਇੰਡਸਟਰੀ ਹੈਜ਼ ਟੂ ਬੀ ਮੋਰ ਕੰਪੀਟੀਟਿਵ। ਜੀ। ਔਰ ਉਹ ਕੰਪੀਟੀਟਿਵ ਹੋਣ ਦਾ ਤਰੀਕਾ ਕੀ ਹੈ? ਆਪਣੀ ਕਾਸਟ ਦੇ ਉੱਤੇ ਫੋਕਸ ਕਰਨਾ। ਸੋ ਕਾਸਟ ਦਾ ਮਤਲਬ ਕੀ ਹੈ? ਉਹਦੇ ਕਈ ਤਰੀਕੇ ਹੈ। ਇਟ ਇਜ਼ ਨਾਟ ਕਿ ਤੁਸੀਂ ਕੋਈ ਤਨਖਾਹਾਂ ਘਟਾ ਦਿਓ ਜਾਂ ਕੁਝ ਬੰਦੇ ਕੱਢ ਦਿਓ, ਸਿਰਫ ਉਹਦੇ ਨਾਲ ਹੀ ਨਹੀਂ ਹੈ। ਇੱਕ ਤਾਂ ਵੈਲਿਊ ਐਡ ਕਰਨੀ ਪੈਣੀ ਹੈ। ਸੈਕੰਡਲੀ ਕਈ ਐਸੇ ਇਨਸੈਂਟਿਵ ਹੈਗੇ ਆ ਜਿਹੜੇ ਆਪਣੇ ਕਾਸਟ ਨੂੰ ਰਿਡਿਊਸ ਕਰੂਗੇ, ਉਹਦੀ ਵੀ ਅਸੀਂ ਲਿਸਟ ਬਣਾਈ ਹੋਈ ਹੈ। ਜੇ ਤੁਸੀਂ, ਮੈਂ ਐਗਜ਼ਾਮਪਲਸ ਕਈ ਸਾਰੇ ਸ਼ੇਅਰ ਕਰ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਅਤੇ ਜਿੱਦਾਂ ਫੋਰ ਐਗਜ਼ਾਮਪਲ ਅਸੀਂ ਇੱਕ ਸਰਕਾਰ ਨੂੰ ਬੜਾ ਪ੍ਰੈਕਟੀਕਲ ਸੁਜੈਸ਼ਨ ਦਿੱਤਾ ਕਿ ਜਿਹੜੀ ਐਕਸਪੋਰਟ ਦੀ ਇੰਡਸਟਰੀ ਹੈ ਦੁਨੀਆ ਦੇ ਵਿੱਚ ਹਮੇਸ਼ਾ ਐਸੈਂਸ਼ੀਅਲ ਇੰਡਸਟਰੀ ਮੰਨੀ ਜਾਂਦੀ ਹੈ। ਜਿੰਨੇ ਐਕਸਪੋਰਟ ਹਾਊਸਿਸ ਹੈ ਪੰਜਾਬ 'ਚ 1 ਸਟਾਰ 2 ਸਟਾਰ 3 ਸਟਾਰ, ਇਹਨਾਂ ਨੂੰ ਐਸੈਂਸ਼ੀਅਲ ਕੈਟਾਗਰੀ ਦੇ ਵਿੱਚ ਪਾ ਦਿੱਤਾ ਜਾਵੇ, ਪਾਵਰ ਇੰਟੈਂਸਿਵ ਇੰਡਸਟਰੀ ਨੂੰ ਛੱਡ ਕੇ। ਜਿਹਦਾ ਕੀ ਮਤਲਬ ਇਹ ਹੈ ਕਿ ਕੱਲ੍ਹ ਨੂੰ ਕੋਈ ਵੀ ਲੋਕਡਾਊਨ ਲੱਗਦਾ ਹੈ ਕੋਵਿਡ ਕਰਕੇ, ਕਦੀ ਬਿਜਲੀ ਦੀ ਸਮੱਸਿਆ ਆਉਂਦੀ ਹੈ, ਤਾਂ ਇਹ ਇੰਡਸਟਰੀਜ਼ ਨੂੰ ਬੰਦ ਨਾ ਕੀਤਾ ਜਾਵੇ। ਸਾਡਾ ਬੜਾ ਮਾੜਾ ਇਫੈਕਟ ਪੈਂਦਾ ਬਾਇਰ ਦੇ ਉੱਤੇ। ਜਦੋਂ ਅਸੀਂ ਬਾਇਰ ਨੂੰ ਕਹਿੰਦੇ ਆ ਕਿ ਯਾਰ ਨਹੀਂ ਬਿਜਲੀ, ਚਲੋ ਬਿਜਲੀ ਤਾਂ ਕ੍ਰਾਈਸਿਸ ਕੋਵਿਡ 'ਚ ਆਪਾਂ ਦੇਖਿਆ ਹੀ ਹੈ ਜੀ, ਕ੍ਰਾਈਸਿਸ ਮਾਈਨਰ ਸੀਗਾ ਆਇਆ, ਮਤਲਬ ਇਟ ਵਾਜ਼ ਅ ਕ੍ਰਾਈਸਿਸ ਫॉर ਸਮਾਲ ਟਾਈਮ। 21ਵੀਂ ਸਦੀ ਦੇ ਵਿੱਚ ਆਪਾਂ ਨੂੰ ਪਾਵਰ ਕ੍ਰਾਈਸਿਸ ਹੋਣਾ, ਜਦੋਂ ਆਪਾਂ ਵਰਲਡ ਦੀ ਗੱਲ ਕਰਦੇ ਹਾਂ, ਟੈਕਨੋਲੋਜੀਜ਼ ਦੀ ਗੱਲ ਕਰਦੇ ਹਾਂ, ਪਾਵਰ ਕ੍ਰਾਈਸਿਸ ਆਬਵੀਅਸ ਹੈ ਕਿ ਲੱਗਦਾ ਹੀ ਹੈ ਯਾਰ ਅਸੀਂ ਕਿਤੇ ਬੈਲ ਗਾੜੀ ਦੇ ਜ਼ਮਾਨੇ 'ਚ। ਦੇਖੋ ਜਿਹੜਾ ਕ੍ਰਾਈਸਿਸ ਆਇਆ ਸੀਗਾ ਉਹ ਸਾਰਿਆਂ ਨੇ ਦੇਖਿਆ, ਉਹਨੇ ਬਹੁਤ ਹਿੱਟ ਕੀਤਾ। ਮੈਂ ਪਰਸਨਲੀ ਇਫੈਕਟ ਹੋਇਆ, ਬਹੁਤ ਸਾਰੇ ਲੋਕ ਪਰਸਨਲੀ ਇਫੈਕਟ ਹੋਏ, ਬਟ ਨਾਓ ਵੀ ਕੈਨੋਟ ਮੇਕ ਅ ਹਿਊ ਐਂਡ ਕਰਾਈ ਓਵਰ ਦੈਟ। ਉਹ ਨਿਕਲ ਗਿਆ। ਆਪਾਂ ਅੱਗੇ ਸੋਲਿਊਸ਼ਨਸ ਕਰਨੇ ਆ ਤਾਂ ਕਿ ਅੱਗੇ ਕ੍ਰਾਈਸਿਸ ਨਾ ਆਵੇ। ਮੈਂ ਵੀ ਉਹੀ ਕਹਿ ਰਿਹਾ ਜੀ, ਬਿਲਕੁਲ ਠੀਕ ਹੈ। ਉਹ ਸੋਲਿਊਸ਼ਨ ਦਾ ਤੁਹਾਨੂੰ ਮੈਂ ਉੱਦਾਂ ਦੀ ਸਿਚੁਏਸ਼ਨ ਨਾ ਆਵੇ। ਸੋ ਦੈਟ ਇਜ਼ ਵੇਅਰ ਵੀ ਨੀਡ ਟੂ ਫੋਕਸ ਔਨ। ਜਿਹੜਾ ਸਾਡਾ ਇਲੈਕਟ੍ਰਿਸਿਟੀ ਔਰ ਪੋਲਿਸੀ ਐਡਵੋਕੇਸੀ ਪੈਨਲ ਹੈ, ਉਹਨੇ ਬੜੇ ਸਾਰੇ ਉਹ ਦਿੱਤੇ ਆ। ਜਿੱਦਾਂ ਫੋਰ ਐਗਜ਼ਾਮਪਲ ਹੁਣ ਤੁਸੀਂ ਐਕਸਪੋਰਟਰਸ ਦੀ ਮੈਂ ਗੱਲ ਕਰ ਰਿਹਾ ਸੀਗਾ, ਜੇ ਐਸੈਂਸ਼ੀਅਲ ਇੰਡਸਟਰੀਜ਼ ਡਿਕਲੇਅਰ ਕਰ ਦਿੰਦੇ ਆ, ਜਿਹੜਾ 200-300 ਐਕਸਪੋਰਟ ਹਾਊਸ ਹੈਗਾ 1 ਸਟਾਰ 2 ਸਟਾਰ, ਕੁਝ ਜਲੰਧਰ ਹੈ, ਕੁਝ ਲੁਧਿਆਣੇ ਹੈ, ਕੁਝ ਅੰਮ੍ਰਿਤਸਰ ਹੈ, ਉਹਨਾਂ ਨੇ ਬਚ ਜਾਣਾ ਸੀਗਾ ਜੀ। ਐਟਲੀਸਟ ਅਸੀਂ ਬਾਹਰਲੇ ਕਸਟਮਰਸ ਨੂੰ ਇਹ ਤਾਂ ਨਾ ਕਹਿੰਦੇ ਕਿ ਯਾਰ ਪਾਵਰ ਹੈ ਨਹੀਂ ਸਾਡੇ ਕੋਲ। ਬਿਲਕੁਲ ਠੀਕ ਹੈ। ਸੋ ਐਸੈਂਸ਼ੀਅਲ ਇੰਡਸਟਰੀਜ਼ ਦਾ ਪਾਰਟ ਹੈ ਉਹ, ਜਿੱਦਾਂ ਐਸੈਂਸ਼ੀਅਲ ਇੰਡਸਟਰੀਜ਼ ਤਾਂ ਚੱਲਦੀਆਂ ਰਹੀਆਂ ਨਾ। ਬੇਸਿਕ ਰॉ ਮਟੀਰੀਅਲ ਹੈ ਜੀ ਇੰਡਸਟਰੀ ਦਾ। ਯੂ ਕਾਂਟ, ਮਤਲਬ ਤੁਸੀਂ ਦੇਖੋ ਜਦੋਂ ਕੋਵਿਡ ਹੋਇਆ ਐਕਸਪੋਰਟ ਨਹੀਂ ਬੰਦ ਹੋਈ, ਇੰਪੋਰਟ ਨਹੀਂ ਬੰਦ ਹੋਈ, ਬਿਲਕੁਲ ਐਸੈਂਸ਼ੀਅਲ ਇੰਡਸਟਰੀਜ਼ ਨਹੀਂ ਬੰਦ ਹੋਈ, ਇਹ ਚੱਲਦਾ ਰਿਹਾ। ਸਮੁੰਦਰ ਦੇ ਜਹਾਜ਼ ਚੱਲਦੇ ਰਹੇ, ਬਿਲਕੁਲ। ਬਾਕੀ ਜੋ ਮਰਜ਼ੀ ਬੰਦ ਹੋ ਗਿਆ ਹੋਵੇ। ਹਾਂ ਬਿਲਕੁਲ ਠੀਕ ਹੈ। ਇਹਨੂੰ ਆਪਾਂ ਬੰਦ ਕਰ ਵੀ ਨਹੀਂ ਸਕਦੇ। ਨਹੀਂ ਕਰ ਸਕਦੇ। ਸੋ ਸਰ ਜਿਹੜੀ ਤੁਸੀਂ ਡਾਟਿਆਂ ਦੀ ਗੱਲ ਕਰਦੇ ਹੋ, MSME ਸੈਕਟਰ ਦੀ ਗੱਲ ਕਰਦੇ ਹੋ, ਇੰਪਲੋਇਮੈਂਟ ਦੀ ਗੱਲ ਕਰਦੇ ਹੋ, ਸਾਡਾ ਕੁਐਸਚਨ ਇਹ ਹੈ ਕਿ ਇਹ ਤਾਂ ਸਾਰਾ ਕੁਝ ਸਭ ਨੂੰ ਹੀ ਪਤਾ ਹੈ। ਅੱਜ ਸਮਝ ਤੋਂ ਬਾਹਰ ਇਹ ਹੈ ਕਿ MSME ਹੈ ਕਿੱਥੇ। ਇੱਕ ਪਾਸੇ ਆਪਾਂ ਕਹਿੰਦੇ ਆ ਇੱਕ ਪਰਸੈਪਸ਼ਨ ਬਣ ਗਈ ਹੈ, ਤੁਸੀਂ ਇੱਕ ਲਾਰਜ ਇੰਡਸਟਰੀ ਹੈਗੇ ਹੋ, ਖੁਦ ਇੱਕ ਬਹੁਤ ਤਜਰਬੇਕਾਰ ਬਿਜ਼ਨਸਮੈਨ ਹੋ। ਇੰਡੀਆ 'ਚ ਹਾਲਾਤ ਕੀ ਹੋ ਰਹੇ, ਜੋ ਬਿਜ਼ਨਸ ਦੇ ਸਿਨੈਰੀਓਜ਼ ਹੈ, ਬੜਾ ਆਦਮੀ ਬੜਾ ਹੋਈ ਜਾ ਰਿਹਾ, ਛੋਟਾ ਛੋਟਾ ਹੋਈ ਜਾ ਰਿਹਾ। ਗੱਲ ਸਾਰੇ MSME ਦੀ ਕਰਦੇ, ਪਰ MSME ਬਚਿਆ ਕਿੱਥੇ? ਉਹ ਤਾਂ ਵਿਚਾਰਾ ਘੁੱਟ ਕੇ ਆਪਣਾ ਦਮ ਹੀ ਘੁੱਟੀ ਜਾ ਰਿਹਾ। ਉਲਟਾ ਜਿਹੜਾ ਮਿਡਲ ਸੈਗਮੈਂਟ ਸੀ ਉਹ ਟਾਈਨੀ ਤੋਂ ਲੈ ਕੇ ਆਪਣੀ ਐਗਜ਼ਿਸਟੈਂਸ ਦੀ ਲੜਾਈ ਕਰ ਰਿਹਾ। ਸੋ ਇਹ ਕਿਉਂ ਨਹੀਂ ਸਮਝ ਲੱਗ ਰਿਹਾ, ਜਦ ਕਿ ਤੁਸੀਂ ਕਹਿੰਦੇ ਹੋ ਤੁਹਾਡਾ ਹੀ ਆંકੜਾ ਇਹ ਕਹਿ ਰਿਹਾ ਕਿ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਅਸੀਂ ਦੇ ਰਹੇ। ਫਿਰ ਸੋ ਮੈਂ ਨਾ, ਤੁਸੀਂ ਕਿਹਾ ਕਿ ਇਹ ਸਾਰੇ ਆંકੜੇ ਸਾਰਿਆਂ ਨੂੰ ਪਤਾ ਹੈ, ਬਟ ਮੈਂ ਗਰੰਟੀ ਕਰਦਾ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਇੰਡਸਟਰੀ ਦੀ ਇੰਪਲੋਇਮੈਂਟ ਹੈ ਉਹ 36% ਹੈ ਤੇ ਐਗਰੀਕਲਚਰ ਦੀ 24% ਹੈ। ਮੇਰਾ ਸਾਰਿਆਂ ਦਾ ਮਤਲਬ ਇਹ ਸੀਗਾ ਸਿਰਫ ਗਵਰਨਮੈਂਟ, ਕਿਉਂਕਿ ਗਵਰਨਮੈਂਟ ਦੇ ਆંકੜੇ ਹੈ ਔਰ ਤੁਸੀਂ ਸਾਨੂੰ ਦੱਸ ਰਹੇ ਹੋ, ਚਲੋ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਿਆ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਤੇ ਦੇਖੋ MSME ਇਜ਼ ਦ ਬੈਕਬੋਨ ਆਫ ਪੰਜਾਬ ਜੀ। ਜੇ MSME ਨਹੀਂ ਹੋਊ ਤਾਂ ਪੰਜਾਬ ਖਤਮ ਹੋ ਜਾਊ। ਇਹ ਹੁਣ ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਨਾਨ ਫਿਸਕਲ ਇਨਸੈਂਟਿਵ ਹੈ ਸਰਕਾਰ ਦੇ ਕੋਲੋਂ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ। ਸਰ ਤੁਸੀਂ ਇਨਸੈਂਟਿਵਸ ਦੀ ਗੱਲ ਕਰ ਰਹੇ ਹੋ, ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਮੈਂ ਤੁਹਾਡੇ ਲੋਕਾਂ ਤੋਂ ਹੀ ਸੁਣਦਾ ਹੈ। ਹਾਲਾਤ ਇਹ ਹੈ, ਇਨਸੈਂਟਿਵਸ ਦੀ ਗੱਲ ਛੱਡੋ, ਪਿਛਲੇ ਕੋਵਿਡ ਦੇ ਦੌਰਾਨ ਤੋਂ ਹੀ ਹੁਣ ਤੱਕ ਇੰਡਸਟਰੀ, ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 2 ਇੰਡਸਟਰੀਆਂ, ਸਟੀਲ ਐਂਡ ਜਿਹੜੇ ਆਪਣਾ ਜਿਹੜਾ ਹੌਜ਼ਰੀ ਹੈ,
ਠੀਕ ਹੈ ਲੁਧਿਆਣੇ 'ਚ ਆਪਾਂ ਪੰਜਾਬ 'ਚ ਵੀ ਗੱਲ ਕਰ ਲਈਏ ਮਤਲਬ ਗਾਰਮੈਂਟ ਹੋ ਗਈ ਹਾਂ ਅੰਮ੍ਰਿਤਸਰ ਦੇ ਚ ਰਾਈਸ ਹੈ ਬਹੁਤ ਇੰਡਸਟਰੀ ਚਲੋ ਐਸੀ ਗੱਲ ਨਹੀਂ ਹੈ ਐਗਰੀਕਲਚਰ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਦੇ ਆਰ ਪਰਫਾਰਮਿੰਗ ਆਲਰੇਡੀ ਗੁੱਡ ਮੈਂ ਤਾਂ ਜਿਹੜੇ ਦੋ ਨਹੀਂ ਕਰ ਰਹੇ ਮੈਂ ਉਹਨਾਂ ਦੀ ਗੱਲ ਕਰ ਰਿਹਾ MSME ਦੀ ਇਹ ਪਿਛਲੇ ਜਦ ਦਾ ਡੇ ਕੋਵਿਡ ਸਟਾਰਟਡ ਇਹ ਅੱਜ ਤੱਕ ਆਪਣੇ ਰॉ ਮਟੀਰੀਅਲ ਦੀ ਪ੍ਰਾਈਸਿਸ ਨੂੰ ਹੀ ਲੈ ਕੇ ਵਿਚਾਰੇ ਸੈਂਟਰ ਗਵਰਨਮੈਂਟ ਤੱਕ ਇੰਨੀ ਵਾਰੀ ਬੋਲ ਚੁੱਕੇ ਹੈ ਰੋ ਚੁੱਕੇ ਹੈ ਪਿੱਟ ਚੁੱਕੇ ਹੈ ਮੁਜ਼ਾਹਰੇ ਕਰ ਚੁੱਕੇ ਹੈ ਜਿਹੜੀ ਗਵਰਨਮੈਂਟ ਸਾਨੂੰ ਸਾਡੇ ਰॉ ਮਟੀਰੀਅਲ ਦੇ ਪ੍ਰਾਈਸਿਸ ਦਾ ਹੀ ਉਹ ਕੁਝ ਨਹੀਂ ਕਹਿ ਰਹੇ ਉਹ ਇਹ ਨਹੀਂ ਕਹਿ ਰਹੇ ਕਿ ਨਹੀਂ ਵਧਦੇ ਤਾਂ ਨਾ ਵਧਾਓ ਕਹਿੰਦੇ ਵਧਾਓ ਪਰ ਇੱਕ ਬ੍ਰੈਕਟ ਤਾਂ ਦੇ ਦਿਓ 3 ਮਹੀਨੇ ਦੀ ਸਸਟੇਨੇਬਿਲਟੀ 6 ਮੰਥਸ ਦੀ ਸਸਟੇਨੇਬਿਲਟੀ 8 ਮਹੀਨੇ ਦੀ ਸਸਟੇਨੇਬਿਲਟੀ ਸਾਨੂੰ ਇਹ ਤਾਂ ਪਤਾ ਹੋਵੇ ਯੂ ਆਰ ਆਲਸੋ ਐਕਸਪੋਰਟਰ ਤੁਸੀਂ ਖੁਦ ਇਹ ਫੇਸ ਕਰਦੇ ਹੋ ਕਿ ਯਾਰ ਮੈਨੂੰ ਇਹ ਨਹੀਂ ਪਤਾ ਮੈਂ ਸਵੇਰੇ ਆਰਡਰ ਲਿੱਤਾ ਭੁਗਤਾਵਾਂ ਕਿੱਦਾਂ ਇਹ ਚੀਜ਼ਾਂ CIA ਕਿਉਂ ਨਹੀਂ ਸਰਕਾਰ ਨੂੰ ਕਿਉਂਕਿ ਦੇਖੋ IAS ਲੌਬੀ ਜਿਹੜੇ ਅਧਿਕਾਰੀ ਹੈਗੇ ਆ ਉਹ ਚਲਾਉਂਦੇ ਆ ਉਹ ਪਾਲਿਸੀਜ਼ ਮੇਕਰ ਹੁੰਦੇ ਆ ਸੋ ਕਿਉਂ ਨਹੀਂ ਤੁਸੀਂ ਜਦੋਂ ਇੰਨੇ ਕਲੋਜ਼ਲੀ ਬੈਠਦੇ ਉਹਨਾਂ ਨੂੰ ਕਿਉਂ ਨਹੀਂ ਸਮਝਾਉਂਦੇ ਸਰ ਸਾਨੂੰ ਆਹ ਤਾਂ ਦੇ ਦਿਓ ਸਾਨੂੰ ਇਨਸੈਂਟਿਵ ਨਹੀਂ ਵੀ ਦਵੋਗੇ ਅਸੀਂ ਇੱਥੇ ਹੀ ਖੇਲ ਜਾਾਂਗੇ ਸੋ ਸੰਦੀਪ ਜੀ ਮੇਰਾ ਨਾ ਥੋੜਾ ਜਿਹਾ ਡਿਫਰੈਂਸ ਆਫ ਓਪੀਨੀਅਨ ਹੈ ਤੇ ਪਹਿਲੇ ਤਾਂ ਮੈਨੂੰ ਸਟੀਲ ਇੰਡਸਟਰੀ ਦਾ ਜ਼ਿਆਦਾ ਆਈਡੀਆ ਨਹੀਂ ਹੈ ਮੈਂ ਤਾਂ ਰॉ ਮਟੀਰੀਅਲ ਦੀ ਗੱਲ ਕੀਤੀ ਮੈਂ ਸਟੀਲ ਇੰਡਸਟਰੀ ਦੇ ਕਿਉਂਕਿ ਸਾਡੇ ਵੀ ਰॉ ਮਟੀਰੀਅਲ ਦੇ ਪ੍ਰਾਈਸਿਸ ਵਧੇ ਸੀਗੇ ਦੇਖੋ ਮੈਂ ਆਪਣੀ ਇੰਡਸਟਰੀ ਦੀ ਗੱਲ ਕਰ ਸਕਦਾ ਜੀ ਇਹ ਬਿਕੋਜ਼ ਜਿਹੜੀ ਰॉ ਮਟੀਰੀਅਲ ਪ੍ਰਾਈਸਿਸ ਹੈ ਇਹ ਇੰਟਰਨੈਸ਼ਨਲੀ ਡਰਿਵਨ ਹੈ ਠੀਕ ਹੈ ਸਰਕਾਰ ਦਾ ਕੰਮ ਹੈ ਸਿਰਫ ਮੋਨੋਪੋਲੀਜ਼ ਨੂੰ ਕੰਟਰੋਲ ਕਰਨਾ ਕਿ ਕੋਈ ਮੋਨੋਪੋਲੀ ਨਾ ਕ੍ਰੀਏਟ ਹੋਵੇ ਸਰਕਾਰ ਨਹੀਂ ਕੰਟਰੋਲ ਕਰ ਸਕਦੀ ਪ੍ਰਾਈਸਿਸ ਨੂੰ ਵੀ ਕੈਨੋਟ ਬਲੇਮ ਦ ਗਵਰਨਮੈਂਟ ਫॉर ਨਾਟ ਕੰਟਰੋਲਿੰਗ ਦ ਪ੍ਰਾਈਸਿਸ ਤੁਸੀਂ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਕਹਿ ਸਕਦੇ ਹੋ ਜੀ ਕਿ ਦੇਖੋ ਕੋਈ ਬੰਦਾ ਜੇ ਕੋਈ ਮੋਨੋਪੋਲੀ ਕ੍ਰੀਏਟ ਕਰ ਰਿਹਾ ਕੋਈ ਜਾਣਬੁੱਝ ਕੇ ਪ੍ਰਾਈਸਿਸ ਨੂੰ ਹੋਲਡ ਕਰ ਰਿਹਾ ਇਕੱਠੇ ਮਿਲ ਕੇ ਕੋਈ 2-4 ਕੰਪਨੀਆਂ ਉਹਦੀ ਸ਼ਿਕਾਇਤ ਕਰਨਾ ਜਾਇਜ਼ ਹੈ ਪਰ ਇੰਟਰਨੈਸ਼ਨਲ ਪ੍ਰਾਈਸਿਸ ਦੇ ਨਾਲ ਲੜਨਾ ਹੁਣ ਕਰੂਡ ਆਇਲ ਦੇ ਪ੍ਰਾਈਸਿਸ ਵੱਧ ਗਏ ਸਾਡਾ ਐਕ੍ਰੀਲਿਕ ਫਾਈਬਰ ਦਾ ਪ੍ਰਾਈਸ ਵੱਧ ਜਾਣਾ ਹੈ ਜਾਂ ਪਤਾ ਹੈ ਕਿ ਪਿਛਲੇ ਸਾਲ ਬਹੁਤ ਤੇਜ਼ ਹੋ ਗਿਆ ਸੀਗਾ ਕਿੱਦਾਂ ਕੰਟਰੋਲ ਕਰ ਸਕਦੇ ਆ ਸਰ ਦੇ ਆਰ ਸੇਇੰਗ ਕੋਈ ਇੱਕ ਇੱਦਾਂ ਦੀ ਬ੍ਰੈਕਟ ਹੋਣੀ ਚਾਹੀਦੀ 15 ਦਿਨ 20 ਦਿਨ ਮੈਂ ਵੀ ਸਮਝਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇੰਟਰਨੈਸ਼ਨਲੀ ਉਹ ਵੀ ਕਹਿੰਦੇ ਕਿ ਨਹੀਂ ਕੰਟਰੋਲ ਹੋਣਾ ਤੁਸੀਂ ਅਖਬਾਰ ਦਾ ਕੰਮ ਕਰਦੇ ਹੋ ਤੁਸੀਂ ਹੁਣੀ ਪੇਪਰ ਚਾਲੂ ਕੀਤਾ ਜੀ ਤੁਹਾਨੂੰ ਹਲੇ ਪੇਪਰ ਚਾਲੂ ਕੀਤਾ ਹਲੇ ਮਹੀਨਾ ਹੀ ਹੋਇਆ ਹੈ ਜੀ ਠੀਕ ਹੈ ਤੁਹਾਡੇ ਪ੍ਰਿੰਟਰ ਨੇ ਤੁਹਾਨੂੰ ਪਹਿਲਾਂ ਦੂਸਰੇ ਦਿਨ ਕਹਿ ਦਿੱਤਾ ਹੋਣਾ ਪੇਪਰ ਦੇ ਪ੍ਰਾਈਸ ਵੱਧ ਗਏ ਜੀ ਕਹਿ ਦਿੱਤਾ ਹੋਣਾ ਹਫਤੇ ਬਾਅਦ ਫੇਰ ਕਹੂਗਾ ਸਰ ਮੈਂ ਕਿ ਪ੍ਰਾਈਸ ਵੱਧ ਗਏ ਜੀ ਤੁਸੀਂ ਕੁਝ ਨਹੀਂ ਕਰ ਸਕਦੇ ਜੀ there is nothing no anybody can do because these are driven by some international conditions ਜੀ ਹੁਣ ਕਿਸੇ ਨੂੰ ਪਤਾ ਨਹੀਂ ਸੀਗਾ ਯੂਕਰੇਨ ਤੇ ਰਸ਼ੀਆ ਦਾ ਵਾਰ ਹੋ ਜਾਊਗਾ ਤੁਹਾਨੂੰ ਪਤਾ ਕਿੰਨੀ ਸਟੀਲ ਮਿਲਾਂ ਹੈਗੀਆਂ ਉੱਥੇ ਯੂਕਰੇਨ ਔਰ ਰਸ਼ੀਆ 'ਚ ਉਹ ਮੈਂ ਕੱਲ੍ਹ ਹੀ ਕਿਤੇ ਪੜ੍ਹਦਾ ਪਿਆ ਸੀ HR ਕੋਇਲ ਔਰ ਸਟੀਲ ਕੋਇਲ ਉਹਦਾ 23% ਆਰਸੇਲਰ ਮਿੱਤਲ ਨੇ ਰੇਟ ਵਧਾ ਦਿੱਤਾ ਯੂਰਪ ਦੇ ਵਿੱਚ ਉਹਦਾ ਇਫੈਕਟ ਇੰਡੀਆ ਤਾਂ ਪਊਗਾ ਹੀ ਪਊਗਾ ਨਾ what can government do about it ਜਿਹੜੇ ਇੰਡੀਅਨ ਰॉ ਮਟੀਰੀਅਲਸ ਹੈ ਐਟਲੀਸਟ ਸਰਕਾਰ ਕੀ ਕਰ ਸਕਦੀ ਹੈ ਜੇ ਕੋਈ ਸਰਕਾਰ ਨੇ ਕਿਤੇ ਐਂਟੀ ਡੰਪਿੰਗ ਡਿਊਟੀ ਲਗਾਈ ਹੋਈ ਹੈ ਕਿਸੇ ਵੀ ਇੰਪੋਰਟ ਦੇ ਉੱਤੇ ਉਹ ਸਰਕਾਰ ਨੂੰ ਖਤਮ ਕਰਨੀ ਚਾਹੀਦੀ ਹੈ ਠੀਕ ਹੈ ਉਹਦੇ ਵਾਸਤੇ ਵੀ ਰਿਪਰੈਜ਼ੈਂਟੇਸ਼ਨ ਇੰਡਸਟਰੀ ਦਊਗੀ ਕਿ ਐਂਟੀ ਡੰਪਿੰਗ ਡਿਊਟੀ ਹਟਾ ਦਿਓ ਜੇ ਕੋਈ ਥੋੜੀ ਬਹੁਤੀ ਡਿਊਟੀਜ਼ ਹੈਗੀਆਂ ਡਿਊਟੀ ਘਟਾਓ ਫ੍ਰੀ ਇੰਪੋਰਟ ਨੂੰ ਐਨਕਰੇਜ ਕਰੋ ਤਾਂ ਕਿ ਕੰਪੀਟੀਸ਼ਨ ਬਣੇ ਸੋ ਆਲ ਵੀ ਕੈਨ ਡੂ ਇਜ਼ ਆਲ ਦ ਗਵਰਨਮੈਂਟ ਕੈਨ ਡੂ ਇਜ਼ become a facilitator to finish a monopoly ਬਾਕੀ ਜੋ ਮੈਂ ਸੁਣਦਾ ਆ ਰਿਹਾ ਕੋਈ ਉਹ ਮੈਨੂੰ ਕੱਲ ਦੱਸ ਰਿਹਾ ਸੀਗਾ ਸਟੀਲ ਦੇ ਕਿ ਮੰਡੀ ਗੋਬਿੰਦਗੜ੍ਹ ਦੇ 'ਚ ਉਹ ਕੀ ਕਰਦੇ ਆ ਜੀ ਕੋਈ ਗਰੁੱਪ ਬਣਿਆ ਹੋਇਆ ਹੈ ਜੀ ਉਹ WhatsApp ਦੇ ਵਿੱਚ ਕਰਕੇ ਕੋਈ ਸੱਟਾ ਸੁੱਟਾ ਹੁੰਦਾ ਜੀ ਉਹਨੂੰ ਉਹ ਚੀਜ਼ਾਂ ਦਾ ਜੇ ਇੱਦਾਂ ਦਾ ਕੁਛ ਹੁੰਦਾ ਹਾਂ ਉਹ ਲੋਕਲ ਲੈਵਲ ਦੀ ਪ੍ਰੋਬਲਮ ਹੈ ਬਟ ਜੇ ਕੋਈ ਸੱਟਾ ਮਾਰਦਾ ਹੈਗਾ ਔਰ ਜੇ ਕੋਈ ਇੱਦਾਂ ਦੇ ਪ੍ਰਾਈਸਿਸ ਮੈਨੂਪੂਲੇਟ ਕਰਦਾ ਹੈਗਾ ਯੈਸ ਦੈਟ ਇਜ਼ ਸਮਥਿੰਗ ਵਿਚ ਗਵਰਨਮੈਂਟ ਕੈਨ ਟੇਕ ਕੇਅਰ ਆਫ ਕਿ ਇੱਦਾਂ ਦਾ ਕੋਈ ਸੱਟਾ ਨਾ ਚੱਲੇ ਚਲੋ ਸਰ ਹੁਣ ਕੋਵਿਡ ਦੇ ਦੌਰਾਨ ਤੁਸੀਂ ਬੜੇ ਜਿਹੜੇ ਪਾਲਿਸੀ ਮੇਕਰਸ ਹੈਗੇ ਸਾਡੇ IAS ਆਫਿਸਰਸ IAS ਨਾਲ ਇਹ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਪਹਿਲਾਂ ਦੇ ਇੱਕ ਲੈਵਲ ਹੁੰਦਾ ਸੀ ਅਧਿਕਾਰੀ ਤੇ ਅੱਜ ਦੇ ਜਿਹੜੇ ਯੰਗਸਟਰਸ ਆ ਗਏ ਕਿਉਂਕਿ ਉਹ ਵੀ ਟੀਮ ਸਾਰੀ ਯੰਗਸਟਰਸ ਦੀ ਹੈ ਸੋ ਕਿੱਦਾਂ ਦਾ ਫਰਕ ਹੈ ਉਹਨਾਂ ਦਾ ਅਪਰੋਚ ਇੰਡਸਟਰੀ ਲਈ ਕਿੱਦਾਂ ਦੀ ਹੈਗੀ ਹੈ ਉਹ ਸਾਰੇ ਬਾਰੇ ਕੁਝ ਦੱਸੋ ਕਿ ਪੰਜਾਬ ਦੇ IAS ਆਫਿਸਰਸ ਐਡਮਿਨਿਸਟ੍ਰੇਟਿਵ ਆਫਿਸਰਸ PC ਆਫਿਸਰਸ ਦੀ ਬਹੁਤ ਤਾਰੀਫ ਕਰੂੰਗਾ ਜੋ ਪੰਜਾਬ ਨੇ ਅਚੀਵ ਕੀਤਾ ਇਫੈਕਟਿਵਨੈਸ ਔਰ ਐਫੀਸ਼ੀਐਂਸੀ ਦੇ ਵਿੱਚ ਕੋਵਿਡ ਦੇ ਦੌਰਾਨ ਬਾਕੀ ਸਟੇਟਸ ਨੇ ਤੁਸੀਂ ਦੇਖੋ ਮੈਨੂਫੈਕਚਰਿੰਗ ਖੋਲ੍ਹਣ ਵਾਲਾ ਪਹਿਲਾ ਸਟੇਟ ਸੀ ਜੀ ਫੋਲੋ ਕੀਤਾ ਪੂਰੇ ਨੇ ਇੰਡੀਆ ਨੇ ਜਿਸ ਵਕਤ 23 ਮਾਰਚ ਨੂੰ ਲਾਕਡਾਊਨ ਲੱਗਿਆ ਜੀ ਉਦੋਂ ਹੋਮ ਮਿਨਿਸਟਰੀ ਨੇ ਪੰਜਾਬ ਦੀ ਨੇ ਸੈਂਟਰ ਦੀ ਨੇ ਗਾਈਡਲਾਈਨਸ ਇਸ਼ੂ ਕਰਤੀਆਂ ਬਿਲਕੁਲ ਠੀਕ ਗਾਈਡਲਾਈਨਸ ਕੀ ਸੀ ਟੂ ਈਚ ਡਿਸਟ੍ਰਿਕਟ ਇਜ਼ ਇਟਸ ਓਨ DC ਸੰਭਾਲੂਗਾ ਜੀ ਅਸੀਂ ਤਾਂ ਗਾਈਡਲਾਈਨ ਇਸ਼ੂ ਕਰਤੀਆਂ ਇਸ ਗਾਈਡਲਾਈਨ ਦੇ ਵਿੱਚ ਵੀ ਤੁਸੀਂ ਕੰਮ ਕਰੋ DC ਦਾ ਡਿਸੀਜਨ ਹੈ ਜੀ ਕੀ ਖੋਲ੍ਹਣਾ ਕੀ ਨਹੀਂ ਖੋਲ੍ਹਣਾ
ਕਿੱਥੇ ਉਹ ਕੀ ਉਹਨੂੰ ਕਹਿੰਦੇ ਆ ਉਹ ਕਹਿ ਰਹੇ ਸੀ ਨਾ ਉਹ ਬਣਾਉਂਦਾ ਸੀਗਾ ਮਾਈਕਰੋ ਜ਼ੋਨ ਬਣਾਉਣੀ ਹੈ ਨਹੀਂ ਬਣਾਉਣੀ, ਕਿਹੜਾ ਕਿੱਦਾਂ ਉਹਨੂੰ ਡੀਲ ਕਰਨਾ ਹੈ ਨਹੀਂ ਕਰਨਾ। ਸੋ ਪੰਜਾਬ ਦੀ ਬਿਊਰੋਕ੍ਰੇਸੀ ਨੇ ਤਾਂ ਬੜੇ ਬੋਲਡ ਸਟੈਪ ਲਿੱਤੇ ਹੈ। ਦ ਵੇ ਵੀ ਹੈਂਡਲਡ ਆਰ ਸਟੇਟ ਆਈ ਥਿੰਕ ਵਾਸ ਕਮੈਂਡੇਬਲ। I mean, they did a better work than politicians. मैं मतलब ठीक है, पॉलिटिकल लीडरशिप ने भी अपना बड़ा उस वक्त कंट्रीब्यूट किया, सारा कुछ दिखाया, बट दैट इज़ अ टाइम व्हेन ब्यूरोक्रेसी रोज अप टू द ओकेजन और सोसाइटी ने पूरा साथ दिता, इंडस्ट्री ने पूरा साथ दिता। देखो ਇਹ ਗੱਲਾਂ 'ਚੋਂ ਜਿਹੜੀ ਗੱਲ ਆਪਾਂ ਕਰਦੇ ਪਏ ਹਾਂ ਨਾ, ਮੈਂ ਦੋ ਤੁਹਾਨੂੰ ਗੱਲਾਂ ਕਹੂੰਗਾ। ਦੋ ਰਿਕਮੈਂਡੇਸ਼ਨ ਸਾਡੀਆਂ CI ਦੀ ਬੜੀ ਇੰਪੋਰਟੈਂਟ ਸਰਕਾਰ ਨੂੰ ਜਾ ਰਹੀਆਂ, ਪਿਛਲੇ ਸਾਲ ਵੀ ਗਈਆਂ ਸੀਗੀਆਂ, ਪਹਿਲਾਂ ਵੀ ਜਾਂਦੀਆਂ ਰਹੀਆਂ, ਹੁਣ ਹੋਰ ਵੀ ਜ਼ਿਆਦਾ ਤਰੀਕੇ ਹੋਰ ਵੀ ਸਟਰੋਂਗਲੀ ਜਾ ਰਹੀ ਹੈ। ਇਹ ਦੋ ਚੀਜ਼ਾਂ ਦੇ ਉੱਤੇ ਸਪੈਂਡਿੰਗ ਸਰਕਾਰ ਨੂੰ ਹੋਰ ਜ਼ਿਆਦਾ ਫੋਕਸ ਕਰਨਾ ਚਾਹੀਦਾ, ਜਿਹਦਾ ਡਾਇਰੈਕਟ ਇੰਪੈਕਟ ਇੰਡਸਟਰੀ ਨੂੰ ਪਊਗਾ। ਇੱਕ ਹੈ ਹੈਲਥ ਕੇਅਰ, ਦੂਸਰਾ ਐਜੂਕੇਸ਼ਨ ਐਂਡ ਸਕਿਲਿੰਗ। ਜੀ ਤੁਸੀਂ ਮੈਨੂੰ ਦੱਸੋ, ਜੇ ਹੈਲਥ ਕੇਅਰ ਇੰਪਰੂਵ ਹੋਊਗਾ, ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਊ? ਸਾਨੂੰ, ਇੰਡਸਟਰੀ ਨੂੰ। ਬਿਲਕੁਲ ਠੀਕ। ਜੇ ਸਾਡਾ ਵਰਕਰ ਸਟ੍ਰੈਸ ਫਰੀ ਹੈ, ਮੇਰਾ ਜੇ ਵਰਕਰ ਦੀ ਫੈਮਿਲੀ ਉਹਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੈ ਕਿ ਮੇਰੇ ਜੇ ਘਰ ਕੋਈ ਬਿਮਾਰ ਹੋ ਗਿਆ ਤਾਂ ਮੈਨੂੰ ਸੋਚਣਾ ਪੈਣਾ। ESI ਹਸਪੀਟਲ ਦੇ ਵਿੱਚ ਉਹਨੂੰ ਇਲਾਜ ਬਹੁਤ ਵਧੀਆ ਮਿਲਦਾ ਹੋਵੇ, ਹੈਲਥ ਫੈਸਿਲਿਟੀਜ਼ ਅੱਛੀ ਹੋਣ, ਮੇਰੇ ਆਪਣੀ ਪ੍ਰੋਡਕਟਿਵਿਟੀ ਵੱਧ ਜੂਗੀ ਯਾਰ, ਨਾਗੇ ਘੱਟ ਜੂਗੇ। ਬਿਲਕੁਲ ਘੱਟ ਜੂਗੇ 10%। ਇਹਨੂੰ ਕੋਈ ਐਨਾਲਾਈਜ਼ ਕਈ ਵਾਰੀ ਅਸੀਂ ਇੰਡਸਟਰੀ 'ਚ ਆਪ ਹੀ ਨਹੀਂ ਕਰਦੇ। ਸਾਡੇ HR ਦੇ ਤੁਸੀਂ ਡੇਟੇ ਦੇਖੋ, ਜੇ ਐਟਰੀਸ਼ਨ ਰੇਟ ਜ਼ਿਆਦਾ ਹੈ ਜਾਂ ਨਾਗੇ ਜ਼ਿਆਦਾ ਹੈ, ਉਹ 'ਚੋਂ ਸਭ ਤੋਂ ਬੜਾ ਕਾਰਨ ਹੈ ਹੈਲਥ ਸਟ੍ਰੈਸਿਸ। ਜਾਂ ਤਾਂ ਫੈਮਿਲੀ 'ਚ ਕੋਈ ਬਿਮਾਰ ਹੋ ਗਿਆ ਜਾਂ ਉਹ ਆਪ ਬਿਮਾਰ ਪੈ ਗਿਆ। ਹੁਣ ਆਪਾਂ ਵੈਲਿਊ ਐਡੀਸ਼ਨ ਦੀ ਗੱਲ ਕਰ ਰਹੇ ਹਾਂ ਜੀ। ਬਿਨਾਂ ਸਕਿਲਿੰਗ ਔਰ ਬਿਨਾਂ ਐਜੂਕੇਸ਼ਨ ਤੋਂ ਵੈਲਿਊ ਐਡੀਸ਼ਨ ਕਿੱਦਾਂ ਹੋ ਜੂ? ਨਹੀਂ ਹੋ ਸਕਦੀ। ਕਿੱਦਾਂ ਹੋ ਜੂ? ਆਪਾਂ ਬੇਸਿਕ ਟ੍ਰੇਨਿੰਗ ਤਾਂ ਦੇ ਸਕਦੇ ਹਾਂ ਵਰਕਰ ਨੂੰ ਜੀ, ਪਰ ਜਦ ਤੱਕ ਇੱਕ ਪਿੱਛੇ ਥਿਓਰੈਟੀਕਲ ਬੈਕਗਰਾਊਂਡ ਨਹੀਂ ਮਿਲਦੀ, ਉਹਨੂੰ ਇੱਕ ਐਜੂਕੇਸ਼ਨ ਨਹੀਂ ਮਿਲਦੀ, ਸਕਿਲਿੰਗ ਦੀ ਪ੍ਰੈਕਟੀਕਲ ਟ੍ਰੇਨਿੰਗ ਨਹੀਂ ਮਿਲਦੀ ਥਿਊਰੀ ਦੇ ਨਾਲ ਨਾਲ, ਔਨ ਸ਼ਾਪ ਫਲੋਜ਼ ਜਿਹੜੀ ਕਾਲਜਸ ਦੇ ਵਿੱਚ ਹੈਗੀਆਂ ਉਹਨੂੰ ਸਮਝਾਉਣਾ, ਤਾਂ ਅਸੀਂ ਵੈਲਿਊ ਐਡ ਕਿੱਦਾਂ ਕਰਾਂਗੇ? ਜਿਹੜੀ ਤਾਂ ਫੈਕਟਰੀ ਨੇ ਆਪਣੀ ਟ੍ਰੇਨਿੰਗ ਦੀ ਫੈਸਿਲਿਟੀ ਬਣਾ ਲਈ, ਵਧੀਆ ਬਣਾ ਲਈ, ਉਹ ਤਾਂ ਕਾਮਯਾਬ ਹੋ ਜਾਊਗਾ। ਨਹੀਂ ਤਾਂ ਜਨਰਲੀ ਕੀ ਕਹੂਗਾ, ਉਹ ਇੱਕ ਦੂਜੇ ਦੇ ਬੰਦੇ ਪੱਟੀ ਚੱਲੂਗੇ। ਉਹ MSME ਸੈਕਟਰ ਕੋਲ ਇੰਨਾ ਕਿ ਨਹੀਂ ਪ੍ਰੋਵੀਜ਼ਨ ਹੁੰਦਾ ਕਿ ਉਹ ਬਹੁਤ ਸਾਰੀਆਂ ਚੀਜ਼ਾਂ। ਸੋ ਦ ਬਿਗੇਸਟ ਬੈਨੀਫੀਸ਼ੀਅਰੀ ਆਫ ਇਨਕਰੀਜ਼ਡ spending of the government on healthcare and skilling and education are going to be the MSMEs. MSMEs ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ, ਜਿਹੜਾ MSME ਆਪਣੀ ਬੇਸਿਕ ਟ੍ਰੇਨਿੰਗ ਨੂੰ ਫੁੱਲਫਿਲ ਅੱਛੀ ਤਰ੍ਹਾਂ ਕਰ ਲੈਂਦਾ, ਆਪਣੇ ਵਰਕਰਸ ਦਾ ਖਿਆਲ ਰੱਖਦਾ, ਆਪਣੇ ਪ੍ਰੋਡਕਟ ਦੇ ਬਾਰੇ ਪੈਸ਼ਨੇਟ ਹੈ, ਉਹ ਤਾਂ ਗਰੋ ਕਰ ਜਾਂਦਾ ਜੀ। ਅਦਰਵਾਈਜ਼ ਜਨਰਲੀ ਸਾਡੀ ਇੰਡਸਟਰੀ ਦਾ ਟ੍ਰੈਂਡ ਕੀ ਹੈ? ਕੋਈ ਪ੍ਰੋਡਕਟ ਬਣਾਉਣ ਵਾਸਤੇ ਚੱਲ ਯਾਰ ਉਹਦਾ ਮਾਸਟਰ ਲੈ ਲੈ, ਉਹਦਾ ਸੁਪਰਵਾਈਜ਼ਰ ਲੈ ਲੈ, ਉਹਨੂੰ ਕੰਮ ਆਉਂਦਾ ਹੋਊਗਾ, ਉਹ ਤਾਂ ਟ੍ਰੇਨਡ ਹੀ ਹੈ। ਵੱਡੀ ਫੈਕਟਰੀ 'ਚੋਂ ਬੰਦੇ ਛੋਟੀ ਫੈਕਟਰੀ ਦੇ 'ਚ ਲਿਆਉਂਦੇ ਹੈ ਕਿ ਉਹ ਤਾਂ ਟ੍ਰੇਨਿੰਗ ਕਿ ਉਹ ਤਾਂ ਇੱਕ ਫੈਕਟਰੀ ਬਣ ਜਾਂਦੀ ਹੈ ਜਿਹਨੂੰ ਕਹਿੰਦੇ ਆ ਕਿ ਇਹ ਤਾਂ ਟ੍ਰੇਨਿੰਗ ਸਕੂਲ ਹੈ ਜੀ, ਸਾਰੇ ਬੰਦੇ ਇਹ 'ਚੋਂ ਨਿਕਲ ਕੇ ਆਣੇ ਹੈ। ਦੈਟ ਇਜ਼ ਦ ਟ੍ਰੈਂਡ। ਸੋ ਦੈਟ ਇਜ਼ ਵੇਅਰ ਆਰ ਆਈ ਥਿੰਕ ਵਿਚ ਇਜ਼ ਕੋਈ ਚੋਇਸ ਨਹੀਂ ਹੈ, ਇਸ ਕਰਕੇ ਅਸੀਂ ਕਰਦੇ ਹਾਂ। ਇਟ ਇਜ਼ ਨਾਟ ਬਿਕੋਜ਼ ਆਫ ਆਪਣੇ ਕੋਈ ਆਪਾਂ ਨੂੰ ਸ਼ੌਕ ਨਹੀਂ ਹੈ ਕਿਸੇ ਨੂੰ ਕਿ ਇਸ ਤਰ੍ਹਾਂ ਕਰਨ, ਬਟ ਦੈਨ ਦੇਰ ਇਜ਼ ਸਰਕਾਰ ਕੀ ਇਹਦੇ ਵਿੱਚ ਉਹ ਕੀ ਕਰੂਗੀ? ਹੁਣ ਤੁਸੀਂ ਸੇਫਟੀ ਇੰਸਟੀਚਿਊਟ ਦੀ ਗੱਲ ਕਰ ਲਓ ਜੀ, ਪੰਜਾਬ ਡਜ਼ ਨਾਟ ਹੈਵ ਈਵਨ ਅ ਸਿੰਗਲ ਸੇਫਟੀ ਟ੍ਰੇਨਿੰਗ ਇੰਸਟੀਚਿਊਟ। ਠੀਕ ਹੈ, ਅਸੀਂ ਦੁਬਾਰਾ ਫੋਕਸ ਕਰਕੇ ਕਹਿ ਰਹੇ ਹਾਂ ਕਿ ਜੀ ਸੇਫਟੀ ਟ੍ਰੇਨਿੰਗ ਦਿਓ, ਇੰਡਸਟਰੀਅਲ ਸੇਫਟੀ ਟ੍ਰੇਨਿੰਗ ਦਿਓ। ਪਿੱਛੇ ਫਾਇਰ ਹੋਈ ਸੀਗੀ, ਉਹ ਤੁਹਾਨੂੰ ਯਾਦ ਹੋਣਾ ਹੈ, ਉੱਥੇ ਸੂਫੀਆ ਚੌਂਕ ਦੇ ਕੋਲ, ਔਰ ਕਿੰਨੀ ਸਾਰੀ ਫੈਕਟਰੀਜ਼ ਲੁਧਿਆਣੇ ਦੀਆਂ ਜੇ ਤੁਸੀਂ ਦੇਖੋ ਤਾਂ ਸੇਫਟੀ ਫੈਕਟਰ ਜਿਹੜਾ ਹੈਗਾ ਇੰਨਾ ਕੋਈ ਉਹ ਨਹੀਂ ਹੈ। ਅਗੇਨ ਸੋ ਆਫ ਕੋਰਸ ਸੇਫਟੀ ਦੇ ਵਿੱਚ ਇਨਵੈਸਟ ਕਰਨ ਵਾਸਤੇ ਪੈਸੇ ਚਾਹੀਦੇ ਹੈ। these things are not coming free. ਬਿਲਕੁਲ। but then at least from the government's point of view, at least we can have an institute ਜਿੱਥੇ ਆਪਣੇ ਲੋਕਲ ਯੂਥ ਨੂੰ ਸੇਫਟੀ ਦੇ ਟ੍ਰੇਨ ਤਾਂ ਕੀਤਾ ਜਾਵੇ। ਪਰ ਜਿੱਥੇ ਹੁਣ ਤੁਸੀਂ ਬਹੁਤ ਕਲੋਜ਼ਲੀ ਕੰਮ ਕਰਦੇ ਹੈਗੇ ਹੋ ਬਿਊਰੋਕਰੇਟਸ ਨਾਲ ਵੀ ਔਰ ਪੋਲੀਟੀਕਲ ਪਾਰਟੀਜ਼ ਨਾਲ ਵੀ, ਔਰ ਈਵਨ ਪੋਲੀਟੀਕਲ ਪਾਰਟੀਜ਼ ਸਭ ਤੋਂ ਪਹਿਲਾਂ ਜਦੋਂ ਆਪਣਾ ਕੈਂਪੇਨ ਸਟਾਰਟ ਕਰਦੇ ਆ, ਸਭ ਕੁਝ ਕਰਦੇ ਆ, ਤਾਂ CII ਨੂੰ ਆ ਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ। ਉਦੋਂ ਹੁਣ ਅੱਜ ਪਰ ਉਹਨਾਂ ਦੇ ਜਿਹੜੇ ਇਫ ਐਂਡ ਬਟਸ ਹੁੰਦੇ, ਉਹਦੇ ਇਫ ਐਂਡ ਉਹ ਕਹਿੰਦੇ ਨੇ ਪ੍ਰੋ ਕੌਨਸ ਦੋਨੋਂ ਭੁਗਤਣੇ ਵੀ ਇੰਡਸਟਰੀ ਨੂੰ ਪੈਂਦੇ। ਸੋ ਮੈਂ ਇਹ ਪੁੱਛਣਾ ਚਾਹੁੰਦਾ, ਜਿਹੜਾ ਆਹ ਫਰੀ ਪੋਲੀਟੀਕਲ ਪਾਰਟੀਜ਼ ਵੰਡਦੀਆਂ, ਅਨਾਊਂਸ ਕਰਦੀਆਂ,
ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰਦੇ ਕਿ ਸਰ ਤੁਸੀਂ ਇਹ ਨਾ ਕਰੋ, ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੀਆਂ ਅਨਾਊਂਸਮੈਂਟਸ ਕੱਲ੍ਹ ਨੂੰ ਇਹ ਇਫ ਐਂਡ ਬਟਸ ਸਾਰੇ ਭੁਗਤਣੇ ਹੀ ਪੈਂਦੇ ਆ। ਅਲਟੀਮੇਟਲੀ ਇਹੀ ਸ਼ਾਇਦ ਰੀਜ਼ਨ ਹੈ ਕਿ ਪੰਜਾਬ 1 ਨੰਬਰ ਤੋਂ ਲੈ ਕੇ 16ਵੇਂ ਤੇ ਆ ਗਿਆ ਤੇ 24-25ਵੇਂ ਤੇ ਪਹੁੰਚਣ ਦੀ ਗੱਲ ਕਰ ਰਹੇ। ਦੇਖੋ ਦੋ ਚੀਜ਼ਾਂ ਹੈਗੀਆਂ। ਸੀਆਈਏ ਤਾਂ ਪੋਲੀਟੀਕਲੀ ਨਾਨ ਅਲਾਈਨਡ ਹੈ, ਪਹਿਲੀ ਗੱਲ। ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਨਹੀਂ ਕਨਵਿੰਸ ਕਰਨਾ। ਹਾਂ ਨਹੀਂ, ਮੈਂ ਤੁਹਾਨੂੰ ਦੱਸਦਾ ਜਨਰਲੀ ਜੇ ਤੁਸੀਂ ਇਸ ਵਾਰ ਮੈਨੀਫੈਸਟੋ ਦੇਖੇ ਹੋਣੇ ਆ, ਕਾਫੀ ਪੋਲੀਟੀਕਲ ਪਾਰਟੀਜ਼ ਦੇ ਸਿਮਿਲਰ ਹੈ ਜੀ। ਕੁਝ ਫਰੀਬੀਜ਼ ਦੇ ਅਗੇਂਸਟ ਇੰਡਸਟਰੀ ਨਹੀਂ ਹੈ, ਕੁਝ ਫਰੀਬੀਜ਼ ਦੇ ਜਿਹੜੀਆਂ ਹੈਗੀਆਂ ਇਕਨੋਮੀ ਨੂੰ ਹਰਟ ਕਰਦੀਆਂ, ਜਿਹਨੂੰ ਆਪਾਂ ਕਹਿੰਦੇ ਆ ਬੇਸਿਕ ਮਿਨੀਮਮ ਡਿਗਨਿਟੀ। ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਵੀ ਸਰਕਾਰ ਦਾ ਕੰਮ ਹੈ ਬੇਸਿਕਲੀ ਇੱਕ ਡਿਗਨਿਟੀ ਦੇ ਨਾਲ ਐਜ਼ ਅ ਵੈਲਫੇਅਰ ਸਟੇਟ ਕੰਮ ਕਰਨਾ। ਸੋ ਜੇ ਉਹਦੇ ਵਾਸਤੇ ਕੋਈ ਉਹ ਬੜੇ ਇੱਕ ਬੇਸਿਕ ਕੋਈ ਪ੍ਰੋਗਰਾਮਸ ਲੈ ਕੇ ਆਉਂਦੀ ਹੈ, ਦੈਟ ਇਜ਼ ਸਮਥਿੰਗ ਵਿਚ ਐਵਰੀ ਗਵਰਨਮੈਂਟ ਇਨ ਦ ਵਰਲਡ ਡਜ਼। ਇਟ ਇਜ਼ ਨਾਟ ਯੂਨੀਕ ਟੂ ਜਸਟ ਪੰਜਾਬ। ਤੁਸੀਂ ਬਾਕੀ ਸਟੇਟਸ ਵੀ ਚੱਕ ਕੇ ਦੇਖ ਲਓ। ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਆਉਂਦੀ ਹੈ ਜਦੋਂ ਸਟੇਟ ਮੋਨੋਪੋਲੀਜ਼ ਕ੍ਰੀਏਟ ਕਰਨ ਲੱਗ ਜਾਂਦਾ। ਫੋਰ ਐਗਜ਼ਾਮਪਲ ਸਾਨੂੰ ਹੁਣ ਜਾਂਦੇ ਜਾਂਦੇ ਇੱਕ ਉਹ ਨੋਟੀਫਿਕੇਸ਼ਨ ਹਲੇ ਪਤਾ ਨਹੀਂ ਜਾਰੀ ਵੀ ਹੋਈ ਹੈ ਕਿ ਨਹੀਂ, ਪਰ ਟਰਾਂਸਪੋਰਟ ਯੂਨੀਅਨਸ ਐਕਟਿਵ ਹੋ ਗਈਆਂ। ਹਾਂ ਬਿਲਕੁਲ ਹੋ ਗਈ। that is something, those are the things which industry hurt industry। ਹੁਣ ਕੁਝ ਪੋਲੀਟੀਕਲ ਪਾਰਟੀਜ਼ ਨੇ ਵਾਅਦਾ ਕਰ ਦਿੱਤਾ ਕਿ ਇੰਡਸਟਰੀ ਦੇ ਵਿੱਚ ਜੀ ਅਸੀਂ 75% ਜਾਂ 50% ਰਿਜ਼ਰਵੇਸ਼ਨ ਕਰਾਂਗੇ। ਤੁਸੀਂ ਪਹਿਲਾਂ ਡੇਟਾ ਤਾਂ ਚੈੱਕ ਕਰੋ ਕਿ 36% ਇੰਪਲੋਇਮੈਂਟ ਇੰਡਸਟਰੀ ਆਲਰੇਡੀ ਦੇ ਰਿਹਾ ਹੈ। ਬਿਲਕੁਲ ਠੀਕ ਹੈ। ਜਿੰਨੀ ਸਾਡੀ ਅਸੀਂ ਵੈਲਿਊ ਐਡ ਕਰਦੇ ਹਾਂ ਉਸ ਤੋਂ ਜ਼ਿਆਦਾ ਅਸੀਂ ਇੰਪਲੋਇਮੈਂਟ ਦੇ ਰਹੇ ਹਾਂ। ਉਹ 'ਚ ਵੀ ਤੁਸੀਂ ਰਿਜ਼ਰਵੇਸ਼ਨ ਲੈ ਕੇ ਆ ਜਾਓਗੇ ਤਾਂ ਫਿਰ ਤਾਂ ਸਕੇਲ ਵੈਸੇ ਹੀ ਖਤਮ ਹੋ ਜਾਣਾ। ਜਿਹੜੀ ਸਕੇਲ ਦੀ ਤੁਸੀਂ ਗੱਲ ਕਰ ਰਹੇ ਹੋ, ਸਕੇਲ ਤਾਂ ਫਿਰ ਰਹਿਣਾ ਹੀ ਨਹੀਂ ਜੇ ਰਿਜ਼ਰਵੇਸ਼ਨ ਆ ਗਿਆ। ਦੇਖੋ ਮੈਨੂੰ ਨਹੀਂ ਲੱਗਦਾ ਉਹ ਪ੍ਰੈਕਟੀਕਲੀ ਅਚੀਵ ਹੋ ਪਾਊਗਾ। ਸਰ ਇੱਕ ਹੁਣ ਆਖਰੀ ਕੁਐਸਚਨ, ਸਾਡੇ ਗੁਰੂਆਂ ਨੇ ਜਾਂ ਵੱਡਿਆਂ ਨੇ ਕਿਤਾਬਾਂ 'ਚ ਵੀ ਸਾਨੂੰ ਟੀਚਰਸ ਵੀ ਸਕੂਲ 'ਚ ਵੀ ਇਹ ਸਿਖਾਇਆ ਜਾਂਦਾ ਸੀ, ਚੰਗੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ ਕਿ ਹਰ ਮਤਲਬ ਕਿਸੇ ਦੀ ਲਕੀਰ ਮਟਿਓ ਨਾ, ਆਪਣੀ ਲਕੀਰ ਵੱਡੀ ਕਰੋ। ਹੁਣ CII ਦੀ ਕਮਾਨ ਆ ਗਈ ਅਮਿਤ ਥਾਪਰ ਜੀ ਦੇ ਹੱਥ। ਪਿਛਲਾ ਚੇਅਰਮੈਨ ਆਪਣੀ ਲਕੀਰ ਖਿੱਚ ਗਿਆ ਤੇ ਅਮਿਤ ਥਾਪਰ ਜੀ ਆਪਣੀ ਲਕੀਰ ਵੱਡੀ ਕਿੱਦਾਂ ਕਰਨਗੇ ਤਾਂ ਕਿ ਅਮਿਤ ਥਾਪਰ ਜੀ ਦੇ ਆਪਣੇ ਉਹ ਦੇਖਣ। ਸੋ ਸਾਡੇ CII ਦੇ ਸਭ ਤੋਂ ਵਧੀਆ ਗੱਲ ਹੈ ਕੰਟੀਨਿਊਟੀ ਜੀ। ਸੋ ਲਾਸਟ ਚੇਅਰਮੈਨ ਭਵਦੀਪ ਸਰਦਾਨਾ, ਮੇਰੀ ਪਹਿਲੀ ਗੱਲ ਉਹਦੇ ਨਾਲ ਹੀ ਹੋਈ ਹੈ ਚੇਅਰਮੈਨਸ਼ਿਪ ਅਜ਼ਿਊਮ ਕਰਦੇ ਹੋਏ। ਮੈਂ ਕਿਹਾ ਭਵਦੀਪ ਜੀ ਤੁਸੀਂ ਕੰਟੀਨਿਊਟੀ ਮੇਨਟੇਨ ਕਰਨੀ ਹੈ। ਜੋ ਕਰਦੇ ਪਏ ਸੀ ਇਹਦਾ ਸਾਡੇ ਨਾ ਇਹ ਸਿਸਟਮ ਨਹੀਂ ਹੈ ਕਿ ਸਾਰਾ ਕੁਝ ਇਮੀਡੀਏਟਲੀ ਫੁੱਲ ਸਟਾਪ ਹੋ ਕੇ ਸਾਰਾ ਏਜੰਡਾ ਚੇਂਜ ਹੋ ਜਾਂਦਾ, ਇਸ ਤਰ੍ਹਾਂ ਨਹੀਂ ਹੈ। 95% 90% ਚੀਜ਼ਾਂ ਉਹੀ ਕੰਟੀਨਿਊਟੀ ਚੱਲਦੀ ਹੈ। ਸੋ ਵੀ ਰਿਸਪੈਕਟ ਆਲ ਆਰ ਪਾਸਟ ਚੇਅਰਸ ਐਂਡ ਵੀ ਅਸੀਂ ਉਹਨਾਂ ਕੋਲੋਂ ਉਹ ਆਟੋਮੈਟਿਕਲੀ ਸਾਡੇ ਕੌਂਸਲ ਦਾ ਪਾਰਟ ਬਣ ਜਾਂਦੇ ਆ। ਓਕੇ। ਸੋ ਇਟ ਇਜ਼ ਨਾਟ ਅੱਛਾ ਸਾਡੇ ਫਿਰ ਪੈਨਲਸ ਬਣੇ ਹੋਏ ਆ। ਸਰ ਜਿਹੜਾ ਨਵਾਂ ਚੇਅਰਮੈਨ ਆ ਕੇ ਕੁਝ ਪੈਨਲਸ ਦੇ ਵਿੱਚ ਹੋ ਸਕਦਾ ਚੇਂਜਸ ਕਰ ਦੇਵੇ, ਹੋ ਸਕਦਾ ਫੋਕਸ ਕਿਸੇ ਦਾ CSR ਵੱਲ ਜ਼ਿਆਦਾ ਹੈ, ਕਿਸੇ ਦਾ ਪੋਲਿਸੀ ਐਡਵੋਕੇਸੀ ਵੱਲ ਜ਼ਿਆਦਾ ਹੈ, ਕਿਸੇ ਦਾ এনवायरमेंट ਵੱਲ ਜ਼ਿਆਦਾ ਹੈ। ਸੋ ਉਹ ਆਪਣਾ ਫੋਕਸ ਆਪਣਾ ਇੰਟਰਸਟ ਜਿਹਦੇ ਵੱਲ ਤੁਹਾਡੇ ਵੱਲ ਫੋਕਸਡ ਹੈਗੇ ਉਹ ਹੈਗਾ। ਬਟ ਬਾਈ ਐਂਡ ਲਾਰਜ ਵੀ ਗੈਟ ਆਰ ਵਰਕ ਪਲਾਨ ਆਈਡੀਆਜ਼ ਫਰੋਮ ਅਦਰ ਸਟੇਟਸ। ਉਹ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। CII ਇਜ਼ ਪ੍ਰੈਜ਼ੈਂਟ ਇਨ 29 ਸਟੇਟਸ। ਠੀਕ ਹੈ। ਠੀਕ ਹੈ। ਸਾਡਾ ਜਿਹੜਾ ਨਾਰਦਰਨ ਰੀਜਨ ਹੈ ਉਹਦੇ 'ਚ 8 ਸਟੇਟ ਹੈ, ਜੰਮੂ ਕਸ਼ਮੀਰ, ਲੱਦਾਖ, ਹਿਮਾਚਲ, ਹਰਿਆਣਾ, ਰਾਜਸਥਾਨ, UP, ਦਿੱਲੀ, ਇਨਫੈਕਟ 9 ਚੰਡੀਗੜ੍ਹ ਪਾ ਕੇ, ਐਂਡ ਪੰਜਾਬ 10। ਅਤੇ ਇਹ ਸਾਡੀ ਹਰ ਮੰਥ ਇੱਕ ਮਹੀਨੇ ਦੇ ਵਿੱਚ ਇੱਕ ਕਾਨਫਰੰਸ ਹੋਣੀ ਹੈ ਜਿੱਥੇ ਅਸੀਂ ਇੱਕ ਦੂਜੇ ਨੂੰ ਅਪਡੇਟ ਕਰਨਾ ਅਸੀਂ ਕੀ ਕੀਤਾ। ਓਕੇ। ਇੱਕ ਦੂਜੇ ਦੀ ਹੈਲਪ ਲੈਣੀ ਹੈ ਕਿ ਤੁਹਾਨੂੰ ਕੀ ਚੈਲੰਜਸ ਆ ਰਹੇ ਹੈ। ਬਿਲਕੁਲ ਠੀਕ ਹੈ। ਦੈਟ ਐਕਸਪੀਰੀਅੰਸ ਹੈਲਪਸ ਜੀ। ਸੋ ਇਟਸ ਅ ਪੈਨ ਇੰਡੀਆ ਆਰਗੇਨਾਈਜੇਸ਼ਨ ਹੈ, ਕੋਈ ਹਾਂ ਇਹ ਕੋਈ ਸਿਟੀ ਬੇਸਡ ਆਰਗੇਨਾਈਜੇਸ਼ਨ ਨਹੀਂ ਹੈ। ਚਲੋ ਠੀਕ ਹੈ ਸਰ, ਥੈਂਕ ਯੂ ਸਰ, ਵੈਲਕਮ। ਸੋ ਦੋਸਤੋ ਇਹ ਸੀਗੇ ਸਾਡੇ ਅਮਿਤ ਥਾਪਰ ਜੀ ਜਿਹੜੇ ਕਿ CII ਪੰਜਾਬ ਦੀ ਜਿਨ੍ਹਾਂ ਨੇ ਕਮਾਨ ਸੰਭਾਲੀ ਹੈ ਹੁਣੇ, ਔਰ ਇਹਨਾਂ ਨੇ ਆਪਣਾ ਵਿਜ਼ਨ ਜਿਹੜਾ ਹੈਗਾ ਸ਼ੇਅਰ ਕੀਤਾ, ਆਪਣਾ ਤਜਰਬਾ ਸ਼ੇਅਰ ਕੀਤਾ। ਆਲਰੇਡੀ ਇਹ CII ਨਾਲ ਕਾਫੀ ਲੰਬੇ ਸਮੇਂ ਤੋਂ ਐਸੋਸੀਏਟ ਔਰ ਡਿਫਰੈਂਟ ਜਿਹੜੇ ਡੈਜ਼ਿਗਨੇਸ਼ਨਸ 'ਤੇ ਇਹ ਕੰਮ ਕਰ ਚੁੱਕੇ। ਸੋ ਉਮੀਦ ਕਰਦੇ ਹਾਂ ਜੋ ਇਹਨਾਂ ਨੇ ਵਿਜ਼ਨ ਸ਼ੇਅਰ ਕੀਤਾ ਔਰ ਜੋ ਚੀਜ਼ਾਂ ਇਹ ਸੋਚ ਕੇ ਲੈ ਕੇ ਆਏ ਹੈ, ਸੋ ਪੰਜਾਬ ਨੂੰ ਜਿੱਦਾਂ ਕਿ 16ਵੇਂ ਨੰਬਰ ਤੋਂ ਪਹਿਲੇ ਨੰਬਰ 'ਤੇ ਪਹੁੰਚਾਉਣ 'ਚ, ਜਿੱਥੇ ਹਰ ਪੰਜਾਬੀ ਦੇ ਇੱਕ ਆਪਣਾ ਇੱਕ ਐਫਰਟ ਚਾਹੀਦਾ ਹੈ, ਉੱਥੇ CII ਵਰਗੀ ਆਰਗੇਨਾਈਜੇਸ਼ਨਸ ਦੀ ਲੀਡਰਸ਼ਿਪ ਦੇ ਅੰਡਰ ਜਾਂ ਇਹਨਾਂ ਦੇ ਵਿਜ਼ਨ ਦੇ ਅੰਡਰ ਅਸੀਂ ਇਹਨੂੰ ਛਿਲਦੀ ਜਿਹੜਾ ਹੈ ਆਪਣਾ ਵਾਪਸ ਪਹਿਲਾ ਨੰਬਰ ਅਚੀਵ ਕਰਨ 'ਚ ਕਾਮਯਾਬ ਹੋ ਸਕਦੇ ਹਾਂ। ਦੇਖਦੇ ਰਹੋ, ਬਨੇ ਰਹੋ ਜਾਣੇ ਤੈਸ਼ੀ। ਧੰਨਵਾਦ।